नाले तो सुरंग बठिंडे जाते सी किहा जाता है, ये आम ही कहावत है कि वो सुरंग दे विच रथ घोड़े आम चलते सीगे। अच्छा जी। उत्थे जाके निकलते सी ते वो जिहड़ी सुरंग जिथों एंट्री हुंदी सी वो तां लगभग साडी बहुत छोटी उम्र है, असीं भी किले विच देखिया। पर जिस स्थान ते आपां बैठे हैं जी, हाँ जी। इत्थे बीबी प्रधान कौर जी जिन्हां ने जप तप कीता, उन्हां ने हत्थीं श्री गुरु ग्रंथ साहिब महाराज दे पावन स्वरूप लिखे। अच्छा जी। ਤੇ ਬੀਬੀ ਪ੍ਰਧਾਨ ਕੌਰ ਜੀ ਦੇ ਹੱਥੀਂ ਪਾਵਨ ਲਿਖਤ ਸਰੂਪ ਇਸ ਸਥਾਨ ਤੇ ਸੁਸ਼ੋਭਿਤ ਨੇ, ਠੀਕ ਹੈ। ਜਿਨ੍ਹਾਂ ਦੇ ਦਰਸ਼ਨ ਗੁਰੂ ਨਾਨਕ ਦੇਵ ਮਹਾਰਾਜ ਦੇ ਗੁਰਪੁਰਬ ਤੇ ਵੀ ਕਰਵਾਏ ਜਾਂਦੇ ਹੈ ਤੇ ਜੇ ਸੰਗਤ ਵਿਸ਼ੇਸ਼ ਚੱਲ ਕੇ ਜਦੋਂ ਆਉਂਦੀ ਹੈ ਉਹਨਾਂ ਨੂੰ ਦਰਸ਼ਨ ਵੀ ਕਰਵਾਏ ਜਾਂਦੇ ਹੈ। ਸਤਿ ਸ਼੍ਰੀ ਅਕਾਲ ਜੀ, ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਇਤਿਹਾਸ ਪਿੰਡਾਂ ਅਤੇ ਸ਼ਹਿਰਾਂ ਦਾ। ਅੱਜ ਅਸੀਂ ਪਹੁੰਚੇ ਹੋਏ ਹਾਂ ਜ਼ਿਲ੍ਹਾ ਬਰਨਾਲਾ ਦੇ ਵਿੱਚ। ਅੱਜ ਅਸੀਂ ਤੁਹਾਨੂੰ ਜਾਣੂ ਕਰਵਾਵਾਂਗੇ ਕਿ ਬਰਨਾਲਾ ਨਾਂ ਪੈਣ ਪਿੱਛੇ ਕੀ ਇਤਿਹਾਸ ਰਿਹਾ। ਸਾਡੇ ਨਾਲ ਜੁੜੇ ਹੋਏ ਹਨ ਬਰਨਾਲਾ ਦੇ ਵਾਸੀ, ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਬਾਈ ਜੀ ਦਰਸ਼ਕਾਂ ਨੂੰ ਆਪਦਾ ਨਾਮ ਦੱਸ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜੀ ਸੁਰਜੀਤ ਸਿੰਘ ਠੀਕਰੀਵਾਲ ਦਾਸ, ਇੱਥੇ ਗੁਰਦੁਆਰਾ ਬਾਬਾ ਗੰਦਾ ਸਿੰਘ ਜੀ ਬਰਨਾਲਾ ਵਿਖੇ ਬਤੌਰ ਮੈਨੇਜਰ ਦੀ ਸੇਵਾ ਨਿਭਾ ਰਹੇ ਹੈ। ਤੇ ਇੱਥੇ ਠੀਕਰੀਵਾਲ ਤੇ ਬਰਨਾਲਾ ਕੋਈ फर्क नहीं है, क्योंकि मेरी रहायश भी बरनाले दी है। तो जे समझा जाए बरनाला किवें वसिया तो लम्बे चौड़े तो इतिहास के नाल असीं जुड़े हुए हैं। ठीक है जी। हुण बाई जी ये दसो कि डिटेल च दसो बरनाला कदों तो शुरू होया नाम पिया है ना, सारा इतिहास दस दो। वीर जी बरनाला का जिहड़ा इतिहास है जे देखा जाए, बरनाला तो जुड़िया है बाबा आला सिंह दे नाल, पटियाले वाले नाल। पटियाले वाले पटियाला भी बाबा आला सिंह के नाम करके पटियाला बनया। बिल्कुल जी। तो लेकिन जिहड़ी रवायत है जो हुण तक सुनन च आया पढ़न च आया वो ये है कि बरनाले एक नासा वाली फकीर की मजार सी ते उत्थे बरन शाह फकीर रहिंदा सी। ठीक है जी। बरन शाह फकीर करके अते उस तो बाद 1722 दे विच जिस समय बाबा आला सिंह ने इन्हां पिंडां नूं अपनी रियासत दे विच लिया ते बाबा आला सिंह करके ते बरन शाह फकीर करके बर प्लस आला, ये बर ते प्लस आले दे करके बरनाला बनिया जो रवायत है। इस करके जिहड़ा इहदा नाम गा ये बरनाला मशहूर होया बाबा आला सिंह दे करके कह लो ते बरन शाह फकीर करके। ठीक है जी। उन्हां दोवां दे नाम मिला के बरनाला बनिया। ठीक है जी। एक होर दसो बाई जी, बाबा आला सिंह दे नाल रिलेटेड किहड़ियां चीज़ां ने बरनाले दे विच? देखो सब तो पहला गल तां वीर जी ये आ जाती है भी बाबा आला सिंह कौन सी ते बाबा आला सिंह ने की योगदान पाया सिख पंथ दे विच ते क्यों उन्हां नूं बरनाला ते पिंड मिले। 1714 दे विच बाबा आला सिंह दे जो पिता जी की मौत हो जाती है, उस तो बाद उन्हां नूं 22 पिंड ਜਿਹੜੇ ਰਿਆਸਤ ਦੇ ਵਿੱਚ ਮਿਲੇ ਹੈ। ਮੈਂ ਇੱਥੇ ਥੋੜ੍ਹਾ ਜਿਹਾ ਤੁਹਾਨੂੰ ਡਿਟੇਲ ਵਿੱਚ ਦੱਸ ਦੇਵਾਂ ਕਿ ਬਾਬਾ ਆਲਾ ਸਿੰਘ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਜਿਹੜੇ ਵਰੋਸਾਏ, ਉਹਨਾਂ ਦੇ ਵਰ ਦੇ ਨਾਲ ਫੂਲ ਤੇ ਸੰਦਲੀ ਦੀ ਵੰਸ਼ ਜਿਹੜੀ ਮਸ਼ਹੂਰ ਹੈ। ਬਾਬਾ ਫੂਲ ਵੰਸ਼ ਦੇ ਵਿੱਚੋਂ ਸੀ ਬਾਬਾ ਆਲਾ ਸਿੰਘ। ਠੀਕ ਹੈ। ਬਾਬਾ ਫੂਲ ਦੇ ਦੋ ਪੁੱਤਰ ਸੀ, ਰਾਮਾ ਤੇ ਤਰਲੋਕਾ। ਰਾਮਾ ਦੇ ਪੁੱਤਰ ਨੇ ਬਾਬਾ ਆਲਾ ਸਿੰਘ। ਤੇ ਬਾਬਾ ਆਲਾ ਸਿੰਘ ਵੀ ਦੇਖੋ, ਕਿਉਂਕਿ ਜਿਹੜੀ ਰਿਆਸਤ ਹੈ ਬਹੁਤ ਵੱਡੀ ਰਿਆਸਤ ਹੈ, ਬਹੁਤ ਵੱਡੀਆਂ ਕਹਿ ਲਈਏ ਜ਼ਮੀਨਾਂ ਜਾਇਦਾਦਾਂ ਇਸ ਰਿਆਸਤ ਦੇ ਕੋਲ ਰਹੀਆਂ ਨੇ, ਰਾਜ ਘਰਾਣੇ ਜਿਹਨੂੰ ਆਪਾਂ ਕਹਿ ਸਕਦੇ ਹਾਂ। ਹਾਂਜੀ। ਤੇ ਬਾਬਾ ਆਲਾ ਸਿੰਘ ਵੀ ਉਹਨਾਂ ਰਾਜ ਘਰਾਣਿਆਂ ਦੇ ਵਿੱਚੋਂ ਸੀ। ਬਾਬਾ ਆਲਾ ਸਿੰਘ ਦੇ ਪਿਤਾ ਜੀ ਦੀ ਮੌਤ ਤੋਂ ਬਾਅਦ ਉਹਨਾਂ ਨੂੰ 22 ਪਿੰਡ ਮਿਲ ਜਾਂਦੇ ਆ ਰਿਆਸਤ ਦੇ ਵਿੱਚ। ਲੇਕਿਨ ਸਮੇਂ ਦੇ ਵਿੱਚ ਇਹੋ ਜਿਹਾ ਮੋੜ ਆਇਆ ਕਿ ਬਾਬਾ ਆਲਾ ਸਿੰਘ ਨੇ ਹਮੇਸ਼ਾ ਹੀ ਜਿਹੜੇ ਕਹਿ ਲਈਏ ਲੋਕਾਂ ਦੇ ਗਰੀਬਾਂ 'ਤੇ ਅਤਿਆਚਾਰ ਕਰਦੇ ਸੀ, ਜਿਹੜੇ ਹਮੇਸ਼ਾ ਹੀ ਭਾਰਤ ਨੂੰ ਲੁੱਟਣਾ ਚਾਹੁੰਦੇ ਸੀ, ਉਹਨਾਂ ਮੁਸਲਮਾਨਾਂ ਦਾ ਕਹਿ ਲਓ, ਉਹਨਾਂ ਮੁਗਲਾਂ ਦਾ ਕਹਿ ਲਓ, ਬਾਬਾ ਆਲਾ ਸਿੰਘ ਨੇ ਮੁਕਾਬਲਾ ਕੀਤਾ ਤੇ ਕਈ ਜਿੱਤਾਂ ਪ੍ਰਾਪਤ ਕੀਤੀਆਂ। ਪਿਤਾ ਜੀ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਮਿਲੇ ਸੀ 22 ਪਿੰਡ, ਲੇਕਿਨ ਜਿਹੜਾ ਬਰਨਾਲਾ ਸੀ, ਬਰਨਾਲਾ ਦੇ ਲਵੇ ਲਾਉਣ ਦੇ ਪਿੰਡ ਸੀ, ਕਿਉਂਕਿ ਬਰਨਾਲੇ ਦਾ ਪਹਿਲਾ ਨਾਂ ਸੀ ਅਨਾਹਦਗੜ੍ਹ। ਠੀਕ ਹੈ ਜੀ। ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ
ਬਰਨਾਲਾ ਤਾਂ ਬਾਬਾ ਆਲਾ ਸਿੰਘ ਤੇ ਬਰਨਸਾ ਫਕੀਰ ਕਰਕੇ ਪਿਆ ਹੈ। ਅਨਾਹਦਗੜ੍ਹ ਸੀ ਤੇ ਜਿਵੇਂ ਇਹ ਸਾਡੇ ਲਵੇ ਲੋਣੇ ਪਿੰਡ ਨੇ, ਸੰਘੇੜਾ, ਇੱਧਰ ਚੀਮਾ ਵਗੈਰਾ, ਹੰਡਿਆ ਵਗੈਰਾ, ਜਿਹੜੇ ਪੁਰਾਣੇ ਪਿੰਡ ਨੇ ਉਸ ਸਮੇਂ ਇਹ ਰਿਆਸਤ ਦੇ ਵਿੱਚ ਸੀ। ਲੇਕਿਨ ਇੱਥੇ ਬਹੁਤ ਸਾਰੇ ਜਿਹੜੇ ਮੁਗਲ ਸੀ ਜਿਨ੍ਹਾਂ ਨੇ ਇਹਨਾਂ ਪਿੰਡਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਸੀ। ਲੋਕਾਂ ਤੋਂ ਧੱਕਿਆਂ ਦੇ ਨਾਲ ਕਰ ਵਸੂਲਦੇ ਸੀ, ਉਹਨਾਂ ਨੂੰ ਧੱਕਿਆਂ ਦੇ ਨਾਲ ਤਸੀਹੇ ਬੜੇ ਤਰ੍ਹਾਂ ਦਿੰਦੇ ਸੀ, ਗਰੀਬਾਂ ਲੋਕਾਂ ਨੂੰ ਲੁੱਟਦੇ ਸੀ, ਧੀਆਂ ਭੈਣਾਂ ਨੂੰ ਲੁੱਟਦੇ ਸੀ। ਲੇਕਿਨ ਬਾਬਾ ਆਲਾ ਸਿੰਘ ਨੇ ਉਹਨਾਂ 'ਤੇ ਜਿੱਤ ਪ੍ਰਾਪਤ ਕਰਕੇ ਇਹ ਜਿਹੜੇ ਲਵੇ ਲਾਉਣੇ ਦੇ 30 ਪਿੰਡ ਸੀ ਉਹ ਆਪਣੀ ਰਿਆਸਤ ਦੇ ਵਿੱਚ ਹੋਰ ਸ਼ਾਮਲ ਕਰ ਲਏ। 1722 ਤੇ 23 ਦੇ ਵਿੱਚ ਬਾਬਾ ਆਲਾ ਸਿੰਘ ਨੇ ਇਹ ਪਿੰਡਾਂ ਨੂੰ ਸ਼ਾਮਲ ਕੀਤਾ ਤੇ ਵਿਰਾਸਤ ਕਹਿ ਲਓ ਜਾਂ ਹੁਣ ਤੱਕ ਦਾ ਜੇ ਆਪਾਂ ਕਹਿ ਲਈਏ ਵੀ ਇਤਿਹਾਸ ਜਾਂ ਸਾਡੇ ਸਿਆਣੇ ਬਜ਼ੁਰਗ ਜਾਂ ਕਹਿ ਲਓ ਇੱਕ ਰਵਾਇਤ ਹੈ ਵੀ 1722 ਤੋਂ ਬਾਅਦ ਹੀ ਇਸ ਅਨਾਹਦਗੜ੍ਹ ਦਾ ਨਾਂ ਆਲਾ ਬਰਨਾਲਾ ਬਾਬਾ ਆਲਾ ਸਿੰਘ ਜੀ ਦੇ ਕਰਕੇ ਬਣਿਆ। ਤੁਸੀਂ ਗੱਲ ਕੀਤੀ ਹੈ ਵੀ ਬਾਬਾ ਆਲਾ ਸਿੰਘ ਜੀ ਨਾਲ ਸੰਬੰਧਿਤ ਚੀਜ਼ਾਂ, ਕਿਉਂਕਿ ਜੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਡਿਟੇਲ ਵਿੱਚ ਜਾਵਾਂ, ਬਾਬਾ ਆਲਾ ਸਿੰਘ ਨੇ ਸਮੇਂ-ਸਮੇਂ 'ਤੇ ਬਹੁਤ ਸਾਰੀਆਂ ਲੜਾਈਆਂ ਲੜੀਆਂ। ਠੀਕ ਹੈ ਜੀ। ਤੇ ਉਹਨਾਂ ਲੜਾਈਆਂ ਵਿੱਚ ਫਤਿਹ ਵੀ ਪ੍ਰਾਪਤ ਕੀਤੀ। ਜਿਵੇਂ ਇੱਧਰ ਲੌਂਗੋਵਾਲ, ਪਾਤੜਾ ਕਹਿ ਲਓ, ਇੱਧਰ ਯੁੱਧ ਲੜ ਕੇ ਉਹਨਾਂ ਨੇ ਇਹਨਾਂ ਇਲਾਕਿਆਂ ਨੂੰ ਆਪਣੇ ਕਬਜ਼ੇ ਵਿੱਚ ਕੀਤਾ। ਅਹਿਮਦ ਸ਼ਾਹ ਅਬਦਾਲੀ ਦਾ ਜਿਹੜਾ ਪੁੱਤਰ ਸੀ ਤੈਮੂਰ, ਉਹ ਇੱਥੋਂ ਧੀਆਂ ਭੈਣਾਂ ਨੂੰ ਦੀ ਇੱਜ਼ਤ ਲੁੱਟ ਕੇ ਅਤੇ ਸਾਡੀਆਂ ਧੀਆਂ ਭੈਣਾਂ ਨੂੰ ਨਾਲ ਲਿਜਾ ਕੇ ਪਾਕਿਸਤਾਨ ਵੱਲ ਜਾ ਰਿਹਾ ਸੀ, ਲਾਹੌਰ ਜਾ ਰਿਹਾ ਸੀ। ਤਾਂ ਜਦੋਂ ਬਾਬਾ ਆਲਾ ਸਿੰਘ ਨੂੰ ਪਤਾ ਲੱਗਿਆ ਕਿ ਇਹ ਸਾਡੀਆਂ ਹੀ ਧੀਆਂ ਭੈਣਾਂ ਨੇ, ਭਾਰਤ ਦੀਆਂ ਧੀਆਂ ਭੈਣਾਂ ਨੇ, ਤਾਂ ਉਹਨਾਂ ਨੇ ਉੱਤੇ ਹਮਲਾ ਕੀਤਾ। ਤੈਮੂਰ ਤੇ ਜਿੱਤ ਪ੍ਰਾਪਤ ਕੀਤੀ, ਉਹਨਾਂ ਨੂੰ ਉੱਥੋਂ ਡੱਕਰਿਆ, ਉਹਨਾਂ ਨੂੰ ਭਜਾਇਆ ਤੇ ਸਾਡੀਆਂ ਧੀਆਂ ਭੈਣਾਂ ਦੀ ਜਿਹੜੀ ਇੱਜ਼ਤ ਨੂੰ ਬਰਕਰਾਰ ਰੱਖਿਆ। ਉਹਨਾਂ ਜਿਨ੍ਹਾਂ ਸਾਡੇ ਲੋਕਾਂ ਦੀਆਂ ਉਹ ਧੀਆਂ ਸੀ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਸਨ, ਉਹ ਹਿੰਦੂ ਸਨ, ਉਹ ਕੁਝ ਵੀ ਸੀ, ਉਹਨਾਂ ਘਰਾਂ ਦੇ ਹਿਫਾਜ਼ਤ ਦੇ ਨਾਲ ਉਹਨਾਂ ਨੂੰ ਬਾਬਾ ਆਲਾ ਸਿੰਘ ਨੇ ਸਹੀ ਸਲਾਮਤ ਕਹਿ ਲਈਏ ਘਰ ਪਹੁੰਚਾਇਆ। ਇਸ ਕਰਕੇ ਬਾਬਾ ਆਲਾ ਸਿੰਘ ਨੇ ਜਿੱਥੇ ਵੀ ਕੋਈ ਇਹੋ ਜਿਹਾ ਲੱਗਦਾ ਸੀ ਉੱਥੇ ਹਮੇਸ਼ਾ ਹੀ ਜਾ ਕੇ ਕਹਿ ਲਈਏ ਧਾਵਾ ਬੋਲ ਦਿੰਦੇ ਸੀ ਉਹਨਾਂ ਜ਼ਾਲਮੀ ਹਕੂਮਤਾਂ ਤੇ ਉਹਨਾਂ ਮੁਗਲਾਂ 'ਤੇ। ਇਸ ਕਰਕੇ ਬਾਬਾ ਆਲਾ ਸਿੰਘ ਨੇ ਵੱਡੀਆਂ ਜਿੱਤ ਕੇ ਹੀ ਇਸ ਇਲਾਕੇ ਦੇ ਪਿੰਡਾਂ ਨੂੰ ਸਹੀ ਸ਼ਬਦਾਂ 'ਚ ਕਹਿ ਲਈਏ ਆਜ਼ਾਦ ਕਰਵਾਇਆ। ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਸੰਘੇੜੇ ਦੀ ਕਰਕੇ ਹਟੇ ਹਾਂ, ਸੰਘੇੜੇ ਦੇ ਨਾਲ ਹੀ ਹੈ ਪਿੰਡ ਭੱਦਲਵੱਡ, ਤੇ ਕਿਹਾ ਜਾਂਦਾ ਹੈ ਕਿ ਇੱਕ ਭੱਦਲ ਪੁਰਸ਼ ਸੀ ਤੇ ਜਿਹੜਾ ਬਹੁਤ ਜ਼ੁਲਮ ਕਰਦਾ ਸੀ, ਤੇ ਬਾਬਾ ਆਲਾ ਸਿੰਘ ਨੇ ਉੱਥੇ ਭੱਦਲ ਨੂੰ ਵੱਢਿਆ ਤੇ ਇਸ ਕਰਕੇ ਉਸ ਭੱਦਲ ਦਾ ਨਾਂ, ਉਸ ਪਿੰਡ ਦਾ ਨਾਂ ਭੱਦਲਵੱਡ ਪੈ ਗਿਆ। ਅੱਛਾ ਜੀ। ਤੇ ਇੱਥੇ ਹੀ ਇੱਕ ਸੋਧੇ ਖਾਂ ਦਾ ਜਿਹੜਾ ਸੀ ਕਿਲਾ ਸੀ। ਤੁਸੀਂ ਕਿਹਾ ਵੀ ਇੱਥੇ ਕਿਹੜੀਆਂ ਬਾਬਾ ਆਲਾ ਸਿੰਘ ਨਾਲ ਸੰਬੰਧਿਤ ਨੇ। ਇੱਥੇ ਜਿਹੜਾ ਕਿਲਾ ਸੀ ਵੀਰ ਜੀ, ਉਹ ਸੀ ਸੋਧਾ ਖਾਂ ਨਾਲ, ਮੀਨੀਆਂ ਦਾ ਸਰਦਾਰ ਸੀ ਸੋਧਾ ਖਾਂ। ਠੀਕ ਹੈ ਜੀ। ਉਹਦਾ ਇੱਥੇ ਕਬਜ਼ਾ ਸੀ, ਉਹਦਾ ਇਹ ਕਿਲਾ ਸੀ। ਉਹਨਾਂ ਦਾ ਵੀ ਕੰਮ ਇਸ ਤਰ੍ਹਾਂ ਦਾ ਸੀ। ਤੇ ਜਦੋਂ ਬਾਬਾ ਆਲਾ ਸਿੰਘ ਚਾਰੇ ਪਾਸੋਂ ਜਿੱਤਦੇ ਆਏ, ਪਿੰਡਾਂ ਨੂੰ ਜਿੱਤਦੇ ਆਏ, ਉਹਨਾਂ ਨੇ ਇਸ ਕਿਲੇ ਤੇ ਵੀ ਜਿੱਤ ਪ੍ਰਾਪਤ ਕੀਤੀ। ਠੀਕ ਹੈ ਜੀ। ਉਸ ਕਿਲੇ ਨੂੰ ਵੀ ਜਿੱਤਿਆ। ਠੀਕ ਹੈ। ਤੇ ਕਹਿਣ ਦੇ ਵਿੱਚ ਇਹ ਆ ਜਾਂਦਾ ਹੈ ਕਿ ਕਿਲੇ ਨੂੰ ਜਿੱਤਣ ਦੇ ਵੇਲੇ ਜਦੋਂ ਪਤਾ ਲੱਗਿਆ ਕਿ ਬਹੁਤ ਸਾਰੇ ਸਾਡੇ ਜਿਹੜੇ ਨੇ ਮੁਗਲਾਂ ਨੂੰ ਨੁਕਸਾਨ ਪਹੁੰਚਾਇਆ, ਮੁਗਲਾਂ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ, ਤੇ ਬਾਬਾ ਆਲਾ ਸਿੰਘ ਨੇ ਉਸੇ ਟਾਈਮ ਅਬਦਾਲੀ ਹੀ ਬਾਬਾ ਆਲਾ ਸਿੰਘ ਤੇ ਅੱਖ ਰੱਖਣ ਲੱਗ ਗਿਆ ਸੀ ਕਿ ਬਾਬਾ ਆਲਾ ਸਿੰਘ ਨੂੰ ਕਿਸ ਤਰੀਕੇ ਨਾਲ ਖਤਮ ਕੀਤਾ ਜਾਵੇ। ਤੇ ਉਹਨਾਂ ਨੇ ਸਮੇਂ-ਸਮੇਂ ਤੇ ਬਾਬਾ ਆਲਾ ਸਿੰਘ ਤੇ ਹਮਲੇ ਵੀ ਕੀਤੇ। ਤੇ ਸਮਾਂ ਵੀ ਇਹੋ ਜਿਹਾ ਆਇਆ ਕਿ ਜਿਸ ਸਮੇਂ 1762 ਦੇ ਵਿੱਚ ਅਬਦਾਲੀ ਸਿੱਖਾਂ ਤੇ ਚੜ੍ਹ ਕੇ ਆਏ ਆ, ਤੇ ਤੁਹਾਨੂੰ ਪਤਾ ਹੈ ਇਹ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਇਤਿਹਾਸ ਹੈ, ਵੱਡਾ ਘੱਲੂਘਾਰਾ। ਤੇ ਵੱਡਾ ਘੱਲੂਘਾਰਾ ਵੀ ਕੋਪਰ ਹੀੜੇ ਤੋਂ ਸ਼ੁਰੂ ਹੋ ਕੇ ਗਹਿਲਾਂ ਜਿਹਦੀ ਕਿ ਸਮਾਪਤੀ ਹੋਈ ਸੀ। ਲੇਕਿਨ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਦੀ ਜਿਹੜੀ ਲੰਬਾਈ ਚੜਾਈ ਸੀ ਕਿੰਨੀ ਸੀ। ਲੇਕਿਨ ਇਹ ਜ਼ਰੂਰ ਹੈ ਕਿ ਜਿਹੜਾ ਉਹ ਵੱਡਾ ਘੱਲੂਘਾਰਾ ਹੋਇਆ ਉਹ 12 ਕੋਹ ਤੇ ਲੰਮੀ ਦੂਰੀ ਤੇ ਹੋਇਆ, ਵੀ ਉਹ ਇੰਨਾ ਲੰਬਾਈ ਦੇ ਵਿੱਚ ਸੀਗਾ। ਐਡਾ ਵੱਡਾ ਘਮਸਾਨ ਦਾ ਜਿਹੜਾ ਯੁੱਧ ਹੋਇਆ ਸੀ, ਉਹ ਸਮੇਂ ਵੀ ਬਾਬਾ ਆਲਾ ਸਿੰਘ ਨੇ ਸਾਡੇ ਸਿੰਘਾਂ ਦੀ ਮਦਦ ਕੀਤੀ। ਤੇ ਮਦਦ ਕਰਨ ਦੇ ਕਰਕੇ ਵੀ ਅਬਦਾਲੀ ਨੇ ਕਿਹਾ ਕਿ ਜਿਹੜਾ ਆਲਾ ਸਿੰਘ ਹੈ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਘੇਰਨਾ ਹੈਗਾ, ਖਤਮ ਕਰਨਾ ਹੈ। ਤੇ ਜਦੋਂ ਬਾਬਾ ਆਲਾ ਸਿੰਘ ਨੇ ਸਮੇਂ-ਸਮੇਂ ਜਿੱਤਾਂ ਪ੍ਰਾਪਤ ਕੀਤੀਆਂ ਤਾਂ ਰਾਏਕੋਟ ਦੇ ਰਾਏ, ਮੈਂ ਨਾਂ ਨਹੀਂ ਚਲੋ ਲੈਣਾ ਚਾਹੁੰਦਾ, ਕਈ ਇਹਦੇ ਵਿੱਚ ਗੱਲਾਂ ਬਹੁਤੀਆਂ ਬਣ ਜਾਣੀਆਂ ਨੇ। ਇਤਿਹਾਸ ਕਸੂਰ ਕਹਿੰਦਾ, ਸਮਾਂ ਪਾ ਕੇ ਇਤਿਹਾਸ ਜ਼ਰੂਰ ਬਦਲਿਆ ਸੀ। ਰਾਏਕੋਟ ਨੂੰ ਜਦੋਂ ਕਬਜ਼ੇ ਦੇ ਵਿੱਚ ਲੈਣਾ ਸੀ
ਤਾਂ ਰਾਏਕੋਟ ਵਿੱਚ ਜਿਨ੍ਹਾਂ ਦਾ ਮੁਗਲਾਂ ਦਾ ਕਬਜ਼ਾ ਸੀ, ਉਹਨਾਂ ਨੇ ਕੁਝ ਹੋਰ ਮੁਗਲਾਂ ਨੂੰ ਆਪਣੀ ਸਹਾਇਤਾ ਦੇ ਲਈ ਬੁਲਾ ਲਿਆ। ਠੀਕ ਹੈ ਜੀ। ਤੇ ਬਾਬਾ ਆਲਾ ਸਿੰਘ ਦੇ ਨਾਲ ਉਹਨਾਂ ਦਾ ਯੁੱਧ ਹੋਣਾ ਸੀ। ਬਾਬਾ ਆਲਾ ਸਿੰਘ ਨੂੰ ਪਤਾ ਲੱਗਿਆ ਕਿ ਇਹਨਾਂ ਨੇ ਇਹ ਪਿੰਡਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਹੈ, ਇਹ ਛਡਵਾਉਣੇ ਨੇ। ਉਹਨਾਂ ਨੇ ਆਪਣੀ ਮਦਦ ਲਈ ਮੁਗਲਾਂ ਨੂੰ ਵੱਡੀ ਗਿਣਤੀ ਵਿੱਚ ਬੁਲਾ ਲਿਆ ਤੇ ਉਸ ਸਮੇਂ ਬਾਬਾ ਆਲਾ ਸਿੰਘ ਨੇ ਨਵਾਬ ਕਪੂਰ, ਦਲ ਖਾਲਸਾ ਦੇ ਮੁਖੀ ਸੀ ਨਵਾਬ ਕਪੂਰ ਸਿੰਘ ਜੀ, ਨਵਾਬ ਕਪੂਰ ਜੀ ਦੀ ਮਦਦ ਲਈ ਬਾਬਾ ਆਲਾ ਸਿੰਘ ਨੇ ਫਿਰ ਉਸ ਸਮੇਂ ਰਾਏਕੋਟ ਤੇ ਵੀ ਕਬਜ਼ਾ, ਰਾਏਕੋਟ ਏਰੀਏ ਤੇ ਰਾਏਕੋਟ ਦੇ ਪਿੰਡਾਂ ਦੇ ਵਿੱਚ ਵੀ ਜਿਹੜਾ ਕਬਜ਼ਾ ਸੀ ਉਹਨੂੰ ਰਾਜਧਾਨੀ ਕਹਿ ਲਈਏ ਬਣਾਉਣ ਦੇ ਵਿੱਚ ਬਾਬਾ ਆਲਾ ਸਿੰਘ ਨੇ ਕਬਜ਼ਾ ਕੀਤਾ ਤੇ ਉੱਥੋਂ ਵੀ ਮੁਗਲਾਂ ਦਾ ਜਿਹੜਾ ਸੀ ਖਾਤਮਾ ਕੀਤਾ। ਇੱਥੇ ਹੀ ਮੇਰਾ ਪਿੰਡ ਹੈ ਠੀਕਰੀਵਾਲ। ਨਵਾਬ ਕਪੂਰ ਸਿੰਘ ਨੇ ਠੀਕਰੀਵਾਲ ਦੀ ਪਾਵਨ ਧਰਤੀ ਤੇ ਅੰਮ੍ਰਿਤ ਛਕਿਆ ਪਰਿਵਾਰ ਦੇ ਸਮੇਤ। ਤੇ ਬਾਬਾ ਆਲਾ ਸਿੰਘ ਦਾ ਠੀਕਰੀਵਾਲ ਖੂਹ ਹੈ, ਇਤਿਹਾਸਕ ਖੂਹ। ਨਵਾਬ ਕਪੂਰ ਸਿੰਘ ਨੇ ਦਾਤਨ ਕਰਕੇ ਉੱਥੇ ਇੱਕ ਗੱਡੀ ਸੀ ਜਿਹੜੀ ਕਿ ਬਹੁਤ ਵੱਡਾ ਜੰਡ ਦਾ ਰੂਪ ਧਾਰਨ ਕੀਤਾ ਹੋਇਆ ਹੈ। ਤੁਸੀਂ ਕਦੇ ਗਏ ਉਹ ਵੀ ਜਾ ਕੇ ਜ਼ਰੂਰ ਦੇਖਿਓ। ਇਸ ਕਰਕੇ ਬਾਬਾ ਆਲਾ ਸਿੰਘ ਦਾ ਜਿੱਤਾਂ ਦਾ ਕਹਿ ਲਈਏ ਵੱਡਾ ਨਾਂ ਗਾ, ਲੇਕਿਨ ਸਮੇਂ ਨੇ ਇਹੋ ਜਿਹਾ ਵੀ ਗੇੜ ਖਾਧਾ ਕਿ ਅਬਦਾਲੀ ਦੀ ਅੱਖ ਦੇ ਵਿੱਚ ਸੀ ਬਾਬਾ ਆਲਾ ਸਿੰਘ, ਕਿਉਂਕਿ ਬਹੁਤ ਵੱਡਾ ਨੁਕਸਾਨ ਕਰਤਾ। ਤੇ ਇੱਕ ਵਾਰ ਅਬਦਾਲੀ ਨੇ ਆਪਣੇ ਕਹਿ ਲਈਏ ਕਿਸੇ ਤਰੀਕੇ ਦੇ ਨਾਲ ਜਿਸ ਕਿਲੇ ਦੇ ਵਿੱਚ ਬਾਬਾ ਆਲਾ ਸਿੰਘ ਰਹਿੰਦੇ ਸੀ ਉਹ 'ਤੇ ਹਮਲਾ ਬੋਲਿਆ, ਹਮਲਾ ਬੋਲ ਕੇ ਬਾਬਾ ਆਲਾ ਸਿੰਘ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਤੇ ਉਸ ਸਮੇਂ ਕਿਹਾ ਜਾਂਦਾ ਹੈ ਕਿ ਜਿਹੜੇ ਬਾਬਾ ਆਲਾ ਸਿੰਘ ਦੇ ਘਰੋਂ ਸੀ ਉਹਨਾਂ ਦੇ ਪਤਨੀ ਮਾਤਾ ਫਤਿਹ ਕੌਰ ਜੀ, ਉਹਨਾਂ ਨੇ ਉਸ ਸਮੇਂ ਬਾਬਾ ਆਲਾ ਸਿੰਘ ਨੂੰ ਛਡਵਾਉਣ ਦੇ ਲਈ 4 ਲੱਖ ਰੁਪਇਆ ਅਬਦਾਲੀ ਦੀ ਫੌਜ ਨੂੰ ਦਿੱਤਾ। ਅੱਛਾ ਜੀ। ਕਿਉਂਕਿ ਅਬਦਾਲੀ ਦੀ ਫੌਜ ਤੇ ਅਬਦਾਲੀ ਚਾਹੁੰਦੇ ਸੀ ਕਿ ਬਾਬਾ ਆਲਾ ਸਿੰਘ ਕੇਸਾਂ ਧਾਰੀ ਹੈ ਕਿ ਇਹਦੇ ਕੇਸ ਤੇ ਦੀ ਦਾੜੀ ਕਤਲ ਕੀਤੀ ਜਾਵੇ। ਤੇ ਕਿਹਾ ਜਾਂਦਾ ਕਿ 4 ਲੱਖ ਰੁਪਇਆ ਦੇ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਨਿਸ਼ਾਨੀ ਹੈ ਸਾਡੇ ਕੇਸ ਤੇ ਦਾੜੀ ਤੇ ਦਸਤਾਰ, ਇਹਨੂੰ ਬਚਾਇਆ। 4 ਲੱਖ ਰੁਪਇਆ ਦਿੱਤਾ ਗਿਆ ਤੇ ਸਮਾਂ ਦਿੱਤਾ ਗਿਆ ਕਿ ਤੁਸੀਂ ਦੁਬਾਰੇ ਇੱਥੇ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰੋਗੇ, ਸਾਰੇ ਕਿਲੇ ਖਾਲੀ ਕਰੋਗੇ। ਮੁਗਲਾਂ ਨੇ ਧਮਕੀ ਦਿੱਤੀ। 4 ਲੱਖ ਰੁਪਇਆ ਦੇ ਕੇ ਇੱਕ ਵਾਰ ਬਾਬਾ ਆਲਾ ਸਿੰਘ ਜੀ ਨੂੰ ਜਿਹੜਾ ਕਹਿ ਲਈਏ ਵੀ ਛੱਡ ਦਿੱਤਾ ਗਿਆ ਸੀ। ਲੇਕਿਨ ਉਸ ਸਮੇਂ ਕੁਝ ਇਹੋ ਜਿਹੀਆਂ ਗੱਲਾਂ ਵੀ ਬਹੁਤ ਬਣੀਆਂ ਕਿ ਬਾਬਾ ਆਲਾ ਸਿੰਘ ਨੇ ਸਮਝੌਤਾ ਕਰ ਲਿਆ, ਬੜਾ ਕੁਝ ਹੋਇਆ। ਲੇਕਿਨ ਬਾਬਾ ਆਲਾ ਸਿੰਘ ਦੀ ਜਿਹੜੀ ਕੁਰਬਾਨੀ ਹੈ, ਬਾਬਾ ਆਲਾ ਸਿੰਘ ਦੀ ਜਿਹੜੀ ਸਿੱਖ ਕੌਮ ਨੂੰ ਦੇਣ ਹੈ, ਉਹ ਬਹੁਤ ਵੱਡੀ ਹੈ। ਤੁਸੀਂ ਗੱਲ ਕੀਤੀ ਹੈ ਇਤਿਹਾਸਕ ਚੀਜ਼ਾਂ ਦੀ। ਜਿਹੜਾ ਕਿਲ੍ਹਾ ਹੈਗਾ ਬਾਬਾ ਆਲਾ ਸਿੰਘ ਦਾ, ਹਾਂਜੀ, ਜਿਹੜਾ ਪਹਿਲਾਂ ਸੋਧਾ ਖਾਂ ਦਾ ਹੋਇਆ ਕਰਦਾ ਸੀ, ਉਹ ਕਿਲ੍ਹੇ ਦੇ 4 ਦਰਵਾਜ਼ੇ ਸੀ। ਠੀਕ ਹੈ ਜੀ। ਤੇ ਜਿਹੜੇ ਬਾਬਾ ਆਲਾ ਸਿੰਘ ਦੀ ਧਰਮ ਪਤਨੀ ਸੀ ਮਾਤਾ ਫਤਿਹ ਕੌਰ ਜੀ, ਉਹਨਾਂ ਨੇ ਹਮੇਸ਼ਾ ਹੀ ਗਰੀਬਾਂ ਦੇ ਲਈ ਅਟੁੱਟ ਲੰਗਰ ਵਰਤਾਏ। ਭਾਵ ਕਿ ਗਰੀਬ ਲੋਕਾਂ ਲਈ, ਜਿਵੇਂ ਮੈਂ ਤੁਹਾਨੂੰ ਦੱਸਿਆ ਬਾਬਾ ਆਲਾ ਸਿੰਘ ਗਰੀਬ ਧੀਆਂ ਭੈਣਾਂ ਦੀ ਰੱਖਿਆ ਕਰਦੇ, ਧੀ ਭੈਣ ਵਖਾਣਾ ਵਾਲਾ ਸ਼ਬਦ ਦੀ ਸਹੀ ਉਹਨਾਂ ਨੇ ਵਰਤੋਂ ਕੀਤੀ। ਉਹ ਹਮੇਸ਼ਾ ਧੀਆਂ ਦੀ ਰੱਖਿਆ ਕਰਦੇ, ਗਊ ਗਰੀਬਾਂ ਦੀ ਰੱਖਿਆ ਕਰਦੇ। ਲੇਕਿਨ ਮਾਤਾ ਫਤਿਹ ਕੌਰ ਨੇ ਉਸ ਸਮੇਂ 4 ਚੁੱਲ੍ਹੇ ਬਣਾਏ। ਠੀਕ ਹੈ ਜੀ। 4 ਚੁੱਲ੍ਹੇ ਬਣਾ ਕੇ ਉਹਨਾਂ ਤੇ ਹਮੇਸ਼ਾ ਗੁਰੂ ਕਾ ਲੰਗਰ ਵੀਰ ਜੀ ਤਿਆਰ ਹੁੰਦਾ। ਉਹ ਲੰਗਰ ਤਿਆਰ ਹੋ ਕੇ ਗਰੀਬਾਂ ਨੂੰ ਵਰਤਾਇਆ ਜਾਂਦਾ। ਤੇ ਉਹ ਚੁੱਲ੍ਹੇ ਬਾਬਾ ਆਲਾ ਸਿੰਘ ਦੇ ਨਾਂ ਤੇ ਅੱਜ ਵੀ ਗੁਰਦੁਆਰਾ ਸਾਹਿਬ ਇਸ ਕਿਲੇ ਦੇ ਵਿੱਚ ਬਣਿਆ ਹੋਇਆ ਹੈ। ਤੇ ਜਦੋਂ ਲੌਂਗੋਵਾਲ ਬਾਬਾ ਆਲਾ ਸਿੰਘ ਨੇ ਉਹਨਾਂ ਪਿੰਡਾਂ ਨੂੰ ਜਿੱਤਿਆ ਸੀ, ਉੱਥੋਂ ਮੁਗਲ ਭਜਾਏ ਸੀ, ਉੱਥੇ ਵੀ ਚੁੱਲ੍ਹੇ ਬਣਾਏ ਗਏ ਸੀ। ਤੁਸੀਂ ਅੱਜ ਵੀ ਜਾ ਕੇ ਦੇਖ ਸਕਦੇ ਹੋ ਲੌਂਗੋਵਾਲ ਦੀ ਪਾਵਨ ਧਰਤੀ ਤੇ ਚੁੱਲ੍ਹੇ ਬਾਬਾ ਆਲਾ ਸਿੰਘ ਦਾ ਸਥਾਨ ਬਣਿਆ ਹੋਇਆ ਹੈ। ਠੀਕ ਹੈ ਜੀ। ਉੱਥੇ ਵੀ ਜਿਹੜੇ ਚੁੱਲ੍ਹੇ ਸੀ ਉਹ ਗਰੀਬਾਂ ਨੂੰ ਲੰਗਰ ਪਕਾਉਣ ਦੇ ਲਈ ਮਾਤਾ ਫਤਿਹ ਕੌਰ ਨੇ ਇੱਕ ਲੰਗਰ ਪ੍ਰਥਾ ਜਿਹੜੀ ਸੀਗੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੋਂ ਚੱਲੀ ਹੋਈ, ਉਹ ਲੰਗਰ ਪ੍ਰਥਾ ਨੂੰ ਅੱਗੇ ਚਲਾਉਂਦੇ ਹੋਏ ਉਸ ਸਮੇਂ ਦੇਖੋ ਅੱਜ ਵੀ ਗੁਰੂ ਕੇ ਲੰਗਰ ਚੱਲਦੇ ਹੈ। ਉਸ ਸਮੇਂ ਦੇਖੋ ਜਦੋਂ ਇੰਨਾ ਅਤਿਆਚਾਰ ਮਚਿਆ ਹੋਇਆ ਸੀ, ਗਰੀਬ ਭੁੱਖੇ ਮਰ ਰਹੇ ਸੀ, ਤਾਂ ਮਾਤਾ ਫਤਿਹ ਕੌਰ ਨੇ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਹੈ ਗੁਰੂ ਕੇ ਲੰਗਰਾਂ ਨੂੰ ਅਟੁੱਟ ਕਰਕੇ ਵਰਤਾਇਆ। ਬਾਬਾ ਆਲਾ ਸਿੰਘ ਦਾ ਕਿਲ੍ਹਾ ਹੈਗਾ ਤੇ ਉਸ ਸਮੇਂ ਤੋਂ ਹੀ ਇੱਕ ਧਰਮਸ਼ਾਲਾ ਸੀ ਜਿੱਥੇ ਗੁਰਬਾਣੀ ਦੇ ਨਾਲ ਵੀ ਜੁੜਿਆ ਜਾਂਦਾ ਸੀ, ਜਿੱਥੇ ਧਰਮਸ਼ਾਲਾ ਦੇ ਵਿੱਚ ਲੋਕਾਂ ਦੇ ਗਰੀਬਾਂ ਦੀ ਮਦਦ ਕੀਤੀ ਜਾਂਦੀ ਸੀ, ਜਿੱਥੇ ਹਰ ਇੱਕ ਗਰੀਬ ਨੂੰ ਸਹੂਲਤ ਦਿੱਤੀ ਜਾਂਦੀ ਸੀ। ਉਹ ਧਰਮਸ਼ਾਲਾ ਜਿਹੜੀ ਕਿ ਬਾਅਦ ਦੇ ਵਿੱਚ ਡੇਰਾ ਬਾਬਾ ਗਾਂਧਾ ਸਿੰਘ ਦੇ ਕਰਕੇ ਮਸ਼ਹੂਰ ਹੋਈ, ਉਹ ਧਰਮਸ਼ਾਲਾ ਵੀ ਇੱਥੇ ਦੇਖਣ ਨੂੰ ਮਿਲਦੀ ਹੈ। ਇੱਕ ਭਾਈ ਸਾਹਿਬ ਤੁਹਾਨੂੰ ਹਨਾ ਅਸੀਂ ਪਹਿਲਾਂ ਵੀ ਪੁੱਛਿਆ ਸੀਗਾ ਗੱਲਬਾਤ ਕਰਨ ਤੋਂ ਪਹਿਲਾਂ ਕਿ ਅਸੀਂ ਇਹ ਚੀਜ਼ਾਂ ਸੁਣੀਆਂ ਸੀ ਕਿ ਜਿਹੜਾ ਕਿਲਾ ਉਹਦੇ ਵਿੱਚ ਕਹਿੰਦੇ ਸੁਰੰਗ ਹੈ, ਕੋਈ ਕਹਿੰਦਾ ਉਹ ਬਠਿੰਡੇ ਨੂੰ ਜਾਂਦੀ ਹੈ, ਕੋਈ ਕਹਿ ਰਿਹਾ ਵੀ ਪਟਿਆਲੇ ਨੂੰ ਜਾਂਦਾ, ਉਹਦੀ ਕੀ ਸੱਚਾਈ ਹੈ ਦੱਸੋਗੇ ਥੋੜਾ? ਬਿਲਕੁਲ ਸਹੀ ਹੈ ਵੀਰ ਜੀ ਗੱਲ। ਇਹ ਕਹਾਵਤ ਵੀ ਹੈ ਤੇ ਇੱਕ ਤਰ੍ਹਾਂ ਦਾ ਕਹਿ ਲਈਏ ਲੋਕ ਚਰਚਾ ਵੀ ਹੈ
ਤੇ ਸੱਚਾਈ ਹੈ ਇਹ। ਠੀਕ ਹੈ ਜੀ। ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਸੋਧੇ ਖਾਂ ਦਾ ਇਹ ਕਿਲ੍ਹਾ ਸੀ ਤੇ ਇਸ ਕਿਲ੍ਹੇ ਦੇ ਵਿੱਚੋਂ ਜਿਹੜੀ ਸੁਰੰਗ ਹੈ ਉਹ ਬਠਿੰਡੇ ਵੀ ਜਾਂਦੀ ਸੀ। ਉਹ ਬਰਨਾਲੇ ਤੋਂ ਸੁਰੰਗ ਬਠਿੰਡੇ ਜਾਂਦੀ ਸੀ। ਕਿਹਾ ਜਾਂਦਾ ਹੈ, ਇਹ ਆਮ ਹੀ ਕਹਾਵਤ ਹੈ, ਕਿ ਉਹ ਸੁਰੰਗ ਦੇ ਵਿੱਚ ਰੱਥ ਘੋੜੇ ਆਮ ਚੱਲਦੇ ਸੀਗੇ। ਅੱਛਾ ਜੀ। ਉੱਥੇ ਜਾ ਕੇ ਨਿਕਲਦੇ ਸੀ ਤੇ ਉਹ ਜਿਹੜੀ ਸੁਰੰਗ ਜਿੱਥੋਂ ਐਂਟਰੀ ਹੁੰਦੀ ਸੀ ਉਹ ਤਾਂ ਲਗਭਗ ਸਾਡੀ ਬਹੁਤ ਛੋਟੀ ਉਮਰ ਹੈ, ਅਸੀਂ ਵੀ ਕਿਲ੍ਹੇ ਵਿੱਚ ਦੇਖਿਆ, ਪਰ ਅੱਜ ਉਹ ਕਿਲ੍ਹਾ ਤਾਂ ਨਹੀਂ ਰਿਹਾ, ਕਿਉਂਕਿ ਅੱਜ ਤਾਂ ਉੱਥੇ ਸੁੰਦਰ ਪਾਰਕ ਬਣਾਏ ਹੋਏ ਨੇ ਤੇ ਲੋਕ ਸੈਰ ਕਰਨ ਆਉਂਦੇ ਆ। ਉਹ ਜਿਹੜਾ ਕਿਲ੍ਹਾ ਸੀ ਉਹ ਤਾਂ ਲਗਭਗ ਵੱਡੀ ਗਿਣਤੀ ਵਿੱਚ ਕਹਿ ਲਈਏ ਢਹਿ ਢੇਰੀ ਹੋ ਗਿਆ। ਉਹ ਕਿਲ੍ਹਾ ਨਹੀਂ ਰਿਹਾ, ਲੇਕਿਨ ਉਹ ਕਿਲ੍ਹਾ ਮਸ਼ਹੂਰ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਨਾਸਾ ਬਲੀ ਫਕੀਰ ਦੀ ਅੱਜ ਜਿੱਥੇ ਸੁਪਰਡੈਂਟੀ ਬਣੀ ਹੋਈ ਹੈ, ਉੱਥੇ ਨਾਸਾ ਬਲੀ ਫਕੀਰ ਦੀ ਮਜ਼ਾਰ ਹੈ, ਜਿੱਥੇ ਬਰਨਸਾ ਫਕੀਰ ਰਹਿੰਦਾ ਸੀ। ਉਹ ਵੀ ਕਿਲ੍ਹੇ ਦੇ ਬਿਲਕੁਲ ਨਾਲ ਹੀ ਹੈ, ਜਿਹਦੇ ਕਰਕੇ ਬਰਨਾਲੇ ਦਾ ਸਾਰਾ ਨਾਂ ਪਿਆ ਸੀ। ਉਹ ਸੁਰੰਗ ਦੀ ਬਿਲਕੁਲ ਸੱਚਾਈ ਹੈ। ਸੁਣਨ ਵਿੱਚ ਤਾਂ ਇੱਥੋਂ ਵੀ ਆਇਆ, ਜਿਵੇਂ ਬਰਨਾਲਾ ਹੈ, ਇੱਥੇ ਵੀ ਖੂਹ ਲਵਾਏ ਸੀ ਬਾਬਾ ਆਲਾ ਸਿੰਘ ਨੇ, ਤੇ ਬਾਬਾ ਆਲਾ ਸਿੰਘ ਦਾ ਖੂਹ ਹੰਡਿਆਏ ਵੀ ਲੱਗਿਆ ਸੀ। ਬਾਬਾ ਆਲਾ ਸਿੰਘ ਦਾ ਖੂਹ ਨਗਰ ਠੀਕਰੀ ਵਾਲਾ ਵੀ ਲੱਗਿਆ ਹੋਇਆ ਹੈ। ਸੁਣਨ ਦੇ ਵਿੱਚ ਜਿੱਥੋਂ ਤੱਕ ਅਸੀਂ ਸੁਣਦੇ ਆ ਰਹੇ ਹਾਂ, ਇਹ ਵੀ ਆਇਆ ਕਿ ਇਹਨਾਂ ਦੀ ਜਿਹੜੀ ਪੱਤਣ ਸੀ ਬਿਲਕੁਲ ਇੱਕ ਥਾਂ ਤੋਂ ਚੀਜ਼ ਸਿੱਟੀ ਜਾਂਦੀ, ਦੂਜੇ ਪਾਸੇ ਨਿਕਲ ਜਾਂਦੀ ਸੀ। ਇੰਨੀਆਂ ਕੁ ਜਿਹੜੀਆਂ ਹੈਗੀਆਂ ਨੇ ਪੁਰਾਤਨ ਜਿਹੜੀਆਂ ਗੱਲਾਂ ਜੁੜੀਆਂ ਆ ਰਹੀਆਂ ਨੇ। ਸੁਰੰਗਾਂ ਵਾਲੀ ਜਿਹੜੀ ਗੱਲ ਹੈ ਇਹ ਬਿਲਕੁਲ ਸੱਚਾਈ ਹੈ। ਬਰਨਾਲੇ ਤੋਂ ਬਠਿੰਡੇ ਤੱਕ ਵਾਲੀ ਜਿਹੜੀ ਸੁਰੰਗ ਹੈ ਇਹ ਤਾਂ ਇੱਕ ਦੋ ਲਿਖਤਾਂ ਵਿੱਚ ਵੀ ਆਈ ਹੈ, ਵਿਦਵਾਨਾਂ ਨੇ ਲਿਖਿਆ ਹੈ। ਬਰਨਾਲੇ ਤੋਂ ਪਟਿਆਲੇ ਵਾਲੇ ਚਰਚਾ ਜ਼ਰੂਰ ਹੈ, ਸੁਣਨ ਵਿੱਚ ਜ਼ਰੂਰ ਆਇਆ, ਲੇਕਿਨ ਉਹ ਹੈਗੀ ਸੀ ਨਾ ਇਹ ਨਹੀਂ ਪਤਾ ਹੈਗਾ। ਠੀਕ ਹੈ, ਇਹ ਮਤਲਬ ਬਠਿੰਡੇ ਵਾਲੀ ਜਿਹੜੀ ਸੁਰੰਗ ਹੈ ਇਹ ਪ੍ਰੋਪਰ ਪਤਾ ਵੀ ਹੈਗੀ, ਇਹ ਹੈਗੀ ਸੀ ਜੀ। ਇਹ ਕਾਫੀ ਵਿਦਵਾਨਾਂ ਨੇ ਜਿਨ੍ਹਾਂ ਨੇ ਇਤਿਹਾਸ ਲਿਖਿਆ ਬਰਨਾਲੇ ਦਾ, ਤੇ ਉਹਨਾਂ ਨੇ ਇਹਦਾ ਜ਼ਿਕਰ ਜ਼ਰੂਰ ਕੀਤਾ ਹੈ। ਠੀਕ ਹੈ ਜੀ। ਇੱਕ ਹੋਰ ਦੱਸੋ ਭਾਈ ਸਾਹਿਬ, ਬਾਬਾ ਆਲਾ ਸਿੰਘ ਜੀ ਦੀ ਜਿਹੜੀ ਪੁੱਤਰੀ ਸੀਗੀ ਉਹ ਵੀ ਕਹਿੰਦੇ ਇੱਥੇ ਰਹਿੰਦੇ ਰਹੇ ਨੇ ਬਰਨਾਲੇ ਦੇ ਵਿੱਚ। ਦੇਖੋ ਬਾਬਾ, ਮੈਂ ਜਿਵੇਂ ਤੁਹਾਨੂੰ ਦੱਸਿਆ ਜੀ, ਬਾਬਾ ਆਲਾ ਸਿੰਘ ਨੇ ਹਮੇਸ਼ਾ ਹੀ ਸਿੱਖ ਕੌਮ ਦੇ ਲਈ ਕਹਿ ਲਓ ਜਾਂ ਦਬੜੇ ਕੁਚਲੇ ਲੋਕਾਂ ਦੇ ਲਈ ਇੱਕ ਮਸੀਹਾ ਬਣੇ। ਸਮੇਂ ਤੇ ਆ ਕੇ ਉਹਨਾਂ ਨੇ ਮਦਦ ਕੀਤੀ ਤੇ ਇਹਨਾਂ ਦੀ ਜਿਹੜੀ ਰਿਆਸਤ ਹੈ ਬਹੁਤ ਵੱਡੀਆਂ ਜਾਇਦਾਦਾਂ ਜ਼ਮੀਨਾਂ ਦੇ ਮਾਲਕ ਸੀ। ਲੰਮੇ ਸਮੇਂ ਤੋਂ ਫੂਲ ਸੰਦਲੀ ਦੀ ਵਿਰਾਸਤ ਹੈ। ਬਾਬਾ ਆਲਾ ਸਿੰਘ ਦੀ ਸਪੁੱਤਰੀ ਸੀ ਬੀਬੀ ਪ੍ਰਧਾਨ ਕੌਰ। ਠੀਕ ਹੈ ਜੀ। ਆਪਾਂ ਅੱਜ ਜਿਸ ਸਥਾਨ ਤੇ ਬੈਠੇ ਹਾਂ ਇਹ ਤਪ ਸਥਾਨ, ਗੁਰਦੁਆਰਾ ਤਪ ਸਥਾਨ ਬੀਬੀ ਪ੍ਰਧਾਨ ਕੌਰ ਜੀ ਦਾ ਸਥਾਨ ਹੈ। ਬੀਬੀ ਪ੍ਰਧਾਨ ਕੌਰ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਵੰਸ਼ ਦੇ ਵਿੱਚ ਰਾਮ ਕੋਇਰ ਜੀ ਦੇ ਪੋਤਰੇ ਬਾਬਾ ਮੋਹਰ ਸਿੰਘ ਦੇ ਨਾਲ ਵਿਆਹੇ ਹੋਏ ਸੀ। ਠੀਕ ਹੈ ਜੀ। ਜਿਸ ਸਮੇਂ ਕਿਹਾ ਜਾਂਦਾ ਹੈ ਕਿ ਬੀਬੀ ਪ੍ਰਧਾਨ ਕੌਰ ਦਾ ਵਿਆਹ ਹੋਇਆ ਤਾਂ ਜਿਵੇਂ ਇੱਕ ਧੀ ਦੇ ਲਈ ਪਿਓ ਕਰਦਾ ਹੈ, ਬਿਲਕੁਲ ਉਸੇ ਤਰ੍ਹਾਂ ਬਾਬਾ ਆਲਾ ਸਿੰਘ ਨੇ ਬਹੁਤ ਸਾਰੇ ਰਿਆਸਤ ਦੇ ਪਿੰਡ ਬੀਬੀ ਜੀ ਨੂੰ ਦਾਜ ਵਜੋਂ ਦਿੱਤੇ ਸੀ। ਠੀਕ ਹੈ ਜੀ। ਲੇਕਿਨ ਮੈਂ ਤੁਹਾਨੂੰ ਇਹ ਸ਼ਬਦ ਇਹ ਨਾ ਵਰਤਿਆ ਜਾਵੇ ਕਿ ਸ਼ਾਇਦ ਦਾਜ ਪ੍ਰਥਾ ਨੂੰ ਮਸ਼ਹੂਰ ਕੀਤਾ ਸੀ। ਉਹ ਦਾਜ, ਕਿਉਂਕਿ ਬੀਬੀ ਪ੍ਰਧਾਨ ਕੌਰ ਦਾ ਵੀ ਜਿਹੜਾ ਨੇਚਰ ਸੀ ਉਹ ਇੱਕ ਨਾਮ ਜਪਣ ਵਾਲਾ ਸੀ, ਪਰਮਾਤਮਾ ਨਾਲ ਜੁੜੇ ਹੋਏ ਸੀ। ਤੇ ਪਰਮਾਤਮਾ ਨਾਲ ਜੁੜਨ ਕਰਕੇ ਜਿਹੜੀ ਇਹ ਜਾਇਦਾਦ ਆ, ਬਾਬਾ ਆਲਾ ਸਿੰਘ ਨੇ ਸੋਚਿਆ ਸੀ ਕਿ ਇੱਥੇ ਗੁਰੂ ਕੇ ਲੰਗਰ ਚੱਲਣ ਹਮੇਸ਼ਾ ਹੀ ਲੋੜਵੰਦਾਂ ਲਈ, ਕਿਉਂਕਿ ਉਸ ਸਮੇਂ ਪਾਣੀ ਦੀ ਬਹੁਤ ਜ਼ਿਆਦਾ ਕਿੱਲਤ ਹੁੰਦੀ ਸੀ। ਤੇ ਬਾਬਾ ਜੀ ਨੇ ਵੀ ਖੂਹ ਲਵਾਏ ਤੇ ਬੀਬੀ ਪ੍ਰਧਾਨ ਕੌਰ ਜੀ ਨੇ ਵੀ ਬਹੁਤ ਸਾਰੇ ਖੂਹ ਲਵਾਏ ਸੀ। ਇਸੇ ਕਰਕੇ ਜਿਹੜੀ ਉਹ ਜਾਇਦਾਦ ਦੇ ਪਿੰਡ ਨੇ ਕਿ ਸਾਤੋਂ ਬਾਅਦ ਬੀਬੀ ਪ੍ਰਧਾਨ ਕੌਰ ਵੀ ਉਹ ਜਾਇਦਾਦ ਨੂੰ ਸੰਭਾਲੇ ਤੇ ਸੰਭਾਲਣ ਤੋਂ ਬਾਅਦ ਸਾਰਾ ਕੁਝ ਜਿਹੜਾ ਹੈਗਾ ਗੁਰੂ ਕੇ ਲੰਗਰ ਟੁੱਟ ਚੱਲਦੇ ਰਹਿਣ। ਬੀਬੀ ਪ੍ਰਧਾਨ ਕੌਰ ਜੀ ਦਾ ਜਦੋਂ ਬਾਬਾ ਮੋਹਰ ਸਿੰਘ ਨਾਲ ਵਿਆਹ ਹੋਇਆ, ਕੁਝ ਸਮੇਂ ਬਾਅਦ ਹੀ ਪਹਿਲਾਂ ਬੀਬੀ ਪ੍ਰਧਾਨ ਕੋਈ ਲੜਕਾ ਵੀ ਹੋਇਆ ਸੀ, ਉਹ ਸੁਰਗਵਾਸ ਹੋ ਗਿਆ। ਉਸ ਤੋਂ ਬਾਅਦ ਬੀਬੀ ਪ੍ਰਧਾਨ ਕੌਰ ਜੀ ਦੇ ਜਿਹੜੇ ਘਰ ਵਾਲਾ ਸੀ ਬਾਬਾ ਮੋਹਰ ਸਿੰਘ ਜੀ, ਜੇ ਲੰਮਾ ਚੌੜਾ ਇਤਿਹਾਸ ਦੀ ਗੱਲ ਕਰੀਏ ਕਾਫੀ ਆਪਾਂ ਨੂੰ ਸਮਾਂ ਲੱਗ ਜਾਣਾ ਹੈ। ਬਾਬਾ ਮੋਹਰ ਸਿੰਘ ਜੀ ਕਿਸ ਤਰ੍ਹਾਂ ਸਨ। ਬਾਬਾ ਮੋਹਰ ਸਿੰਘ ਦੀ ਮੌਤ ਹੋ ਜਾਂਦੀ ਹੈ। ਠੀਕ ਹੈ ਜੀ। ਬਾਬਾ ਮੋਹਰ ਸਿੰਘ ਦੀ ਮੌਤ ਹੋਣ ਤੋਂ ਬਾਅਦ ਜਿਹੜੇ ਬੀਬੀ ਪ੍ਰਧਾਨ ਕੌਰ ਸੀ ਇਸ ਸਥਾਨ ਤੇ ਆ ਗਏ, ਉਹਨਾਂ ਦੇ ਪੁੱਤਰ ਤੇ ਪਤੀ ਦੀ ਮੌਤ ਹੋ ਜਾਂਦੀ। ਹਾਂਜੀ, ਇਸ ਸਥਾਨ ਤੇ ਬੀਬੀ ਪ੍ਰਧਾਨ ਕੌਰ ਜੀ ਜਦੋਂ ਆਉਂਦੇ ਨੇ ਤਾਂ ਇੱਥੇ ਲੰਮੇ ਸਮੇਂ ਤੋਂ, ਕਿਉਂਕਿ ਜਿਹੜਾ ਇਹ ਸਥਾਨ ਹੈ ਇਹ ਬੁਰਜ ਦੇ ਨਾਲ ਵੀ ਮਸ਼ਹੂਰ ਹੈ ਤੇ ਬਰਨਾਲਾ ਇਹ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਧਰਮਸ਼ਾਲਾ ਨੇ ਇੱਥੇ ਬਣੀਆਂ ਹੋਈਆਂ ਗੁਰੂ ਕੇ, ਜਿੱਥੇ ਲੰਗਰ ਟੁੱਟ ਚੱਲਦੇ ਸੀ। ਤੇ ਬੀਬੀ ਪ੍ਰਧਾਨ ਕੌਰ ਜਦੋਂ ਇੱਥੇ ਆਏ ਉਹਨਾਂ ਨੇ ਇੱਥੇ ਆ ਕੇ ਬੰਦਗੀ ਸ਼ੁਰੂ ਕਰਤੀ। ਕਿਹਾ ਜਾਂਦਾ ਹੈ ਕਿ ਬੀਬੀ ਪ੍ਰਧਾਨ ਕੌਰ ਜੀ ਨੂੰ ਦੁਬਾਰਾ ਵਿਆਹ ਕਰਨ ਦੇ ਲਈ ਬਾਬਾ ਆਲਾ ਸਿੰਘ ਨੇ ਕਿਹਾ ਕਿ ਤੁਹਾਡਾ ਅਸੀਂ ਦੁਬਾਰਾ ਵਿਆਹ ਕਰ ਦਿੰਦੇ ਹਾਂ। ਉਹਨਾਂ ਨੇ ਇਹ ਜਵਾਬ ਦਿੱਤਾ ਸੀ ਬਾਬਾ ਆਲਾ ਸਿੰਘ ਜੀ ਨੂੰ ਕਿ ਹੁਣ ਅਸੀਂ ਜਿਹੜਾ ਵਿਆਹ ਉਹ ਪ੍ਰਮਾਤਮਾ ਦੇ ਨਾਲ ਕਰਾਉਣਾ ਹੈ।
ਅਸੀਂ ਹੁਣ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਤੇ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਹੋਣਾ ਹੈ। ਇਸ ਕਰਕੇ ਹੁਣ ਵਿਆਹ ਨਹੀਂ ਕਰਾਉਣਾ, ਮੈਂ ਇੱਥੇ ਹੀ ਰਹਿਣਾ ਹੈ। ਬੀਬੀ ਪ੍ਰਧਾਨ ਕੌਰ ਜੀ ਇੱਥੇ ਰਹਿੰਦੇ ਰਹੇ। ਉਹਨਾਂ ਦੇ ਮਨ 'ਚ ਸੀ ਕਿ ਮੈਂ ਜਿਹੜੀ ਗੁਰਮਤ ਦੀ ਪੜ੍ਹਾਈ ਹੈ, ਜਿਵੇਂ ਗੁਰੂ ਦੇ ਨਾਲ ਜੁੜਨਾ ਗੁਰਬਾਣੀ ਦੇ ਨਾਲ ਜੁੜਨਾ, ਵੀ ਇਸ ਪੜ੍ਹਾਈ ਨੂੰ ਹੋਰ ਮੈਂ ਅੱਗੇ ਲੈ ਕੇ ਜਾਣਾ, ਵਿੱਦਿਆ ਲੈਣੀ ਹੈ। ਅਤੇ ਕਿਹਾ ਜਾਂਦਾ ਹੈ ਕਿ ਬੀਬੀ ਪ੍ਰਧਾਨ ਕੌਰ ਜੀ ਗੁਰਮਤ ਦੀ ਵਿੱਦਿਆ ਲੈਣ ਦੇ ਲਈ ਨਿਰਮਲੇ ਮਹਾਂਪੁਰਖਾਂ ਦਾ ਡੇਰਾ ਸੀ ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੇ। ਠੀਕ ਹੈ ਜੀ। ਉੱਥੇ ਜਾਂਦੇ ਹੈ, ਉੱਥੇ ਜਾ ਕੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਜਿਹੜੀ ਗੁਰਬਾਣੀ ਪੜ੍ਹਾਈ ਜਾਵੇ, ਜਿਵੇਂ ਤੁਹਾਡੇ ਇੱਥੇ ਵਿਦਿਆਲਿਆਂ ਦੇ ਵਿੱਚ ਪੜ੍ਹਾਇਆ ਜਾਂਦਾ, ਕਿ ਮੈਨੂੰ ਵੀ ਇੱਥੇ ਗੁਰਬਾਣੀ ਨਾਲ ਜੋੜਿਆ ਜਾਵੇ, ਗੁਰਮਤ ਜਿਹੜੀ ਵਿੱਦਿਆ ਉਹ ਦਿੱਤੀ ਜਾਵੇ। ਤਾਂ ਉੱਥੋਂ ਦੇ ਮਹਾਂਪੁਰਸ਼ਾਂ ਨੇ ਕਿਹਾ ਕਿ ਭਾਈ ਅਸੀਂ ਇੱਥੇ ਧੀਆਂ ਭੈਣਾਂ ਨੂੰ ਰੱਖ ਨਹੀਂ ਸਕਦੇ, ਤੂੰ ਸਾਡੀ ਧੀ ਹੈ, ਤੈਨੂੰ ਅਸੀਂ ਇਹ ਕਰਦੇ ਹਾਂ ਕਿ ਤੁਹਾਨੂੰ ਵਿੱਦਿਆ ਪੜ੍ਹਾਉਣ ਦੇ ਲਈ ਕਿਸੇ ਮਹਾਂਪੁਰਸ਼ ਦੀ ਪੱਕੀ ਹੀ ਡਿਊਟੀ ਲਾ ਦਿੰਦੇ ਆ। ਓਕੇ। ਤੇ ਉਹਨਾਂ ਨੇ ਬਾਬਾ ਨਿੱਕਾ ਸਿੰਘ ਦੀ ਡਿਊਟੀ ਲਾਈ ਬੀਬੀ ਪ੍ਰਧਾਨ ਕੌਰ ਜੀ ਨੂੰ ਗੁਰਬਾਣੀ ਦੀ ਸੰਥਿਆ ਦੇਣ ਦੇ ਲਈ, ਗੁਰਮਤ ਦੀ ਪੜ੍ਹਾਈ ਕਰਵਾਉਣ ਦੇ ਲਈ। ਤੇ ਉਸ ਸਮੇਂ ਬਾਬਾ ਨਿੱਕਾ ਸਿੰਘ ਜੀ ਇਸ ਸਥਾਨ ਤੇ ਆਏ। ਉਹਨਾਂ ਨੇ ਬੀਬੀ ਪ੍ਰਧਾਨ ਕੌਰ ਜੀ ਨੂੰ ਗੁਰਮਤ ਦੀ ਪੜ੍ਹਾਈ ਦੀ ਸਿੱਖਿਆ ਦਿੱਤੀ, ਗੁਰਮਤ ਦੇ ਨਾਲ ਜੋੜਿਆ, ਤੇ ਬੀਬੀ ਜੀ ਰੱਬ ਦੀ ਭਗਤੀ ਵਿੱਚ ਲੀਨ ਹੋਏ। ਕਿਉਂਕਿ ਇੱਥੇ ਹੀ ਉਹਨਾਂ ਦਾ ਪੁਰਾਤਨ ਸਰੋਵਰ ਹੈ, 300 ਸਾਲ ਪੁਰਾਤਨ ਜਿਹੜਾ ਸਰੋਵਰ ਇੱਥੇ ਸੁਸ਼ੋਭਿਤ ਹੈ। ਇੱਥੇ ਬੀਬੀ ਨੇ ਬੰਦਗੀ ਕੀਤੀ ਹੈ। ਸਾਰਾ ਜਿਹੜਾ ਆਪਣਾ ਅੰਤਲਾ ਸਮਾਂ ਬੀਬੀ ਪ੍ਰਧਾਨ ਕੌਰ ਜੀ ਨੇ, ਮੈਂ ਕਹਿਣਾ ਬਾਬਾ ਆਲਾ ਸਿੰਘ ਦੇ ਅੰਸ਼ ਵੰਸ਼ ਨੇ ਇੱਥੇ ਹੀ ਗੁਜ਼ਾਰਿਆ। ਤੇ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਸੀ ਉਹਨਾਂ ਦੇ ਬਾਰੇ ਉਹਨਾਂ ਦਾ ਕੋਈ ਇਹੋ ਜਿਹਾ ਖਿਆਲ, ਇਹੋ ਜਿਹਾ ਧਿਆਨ ਨਹੀਂ ਸੀ। ਲੇਕਿਨ ਉਹਨਾਂ ਨੇ ਇਹ ਜ਼ਰੂਰ ਕੀਤਾ ਕਿ ਗੁਰੂ ਕੇ ਲੰਗਰ ਟੁੱਟ ਸਾਡੇ ਚੱਲਦੇ ਆ ਰਹੇ ਤੇ ਗੁਰੂ ਕੇ ਲੰਗਰ ਟੁੱਟ ਹੀ ਚੱਲਣ। ਤੇ ਇਹੋ ਜਿਹੀ ਅਸਥਾਨ ਤੇ ਬਹਿ ਕੇ ਬੀਬੀ ਪ੍ਰਧਾਨ ਕੌਰ ਜੀ ਨੇ ਬੰਦਗੀ ਕੀਤੀ ਹੈ, ਤਪ ਕੀਤਾ ਹੈ। ਤੇ ਉਸ ਤੋਂ ਬਾਅਦ ਉਹਨਾਂ ਨੇ ਮਨ ਵਿੱਚ ਇਹ ਖਿਆਲ ਆਇਆ ਕਿ ਅਸੀਂ ਤਾਂ ਹੁਣ ਰੱਬ ਦੇ ਨਾਲ ਜੁੜ ਗਏ, ਪਤਾ ਨਹੀਂ ਕਦੋਂ ਸੰਸਾਰ ਤੋਂ ਚਲੇ ਜਾਣਾ ਹੈ। ਉਹਨਾਂ ਨੇ ਆਪਣੀ ਹੋਸ਼ ਵਾਸ ਦੇ ਨਾਲ ਵੀ ਕਦੋਂ ਸੰਸਾਰ ਤੋਂ ਚਲੇ ਜਾਣਾ, ਉਸ ਤੋਂ ਪਹਿਲਾਂ ਉਹਨਾਂ ਨੇ ਆਪਣੀ ਜਿੰਨੀ ਵੀ ਜਾਇਦਾਦ ਸੀ, ਭਾਵੇਂ ਬਰਨਾਲੇ ਵਿੱਚ ਹੋਵੇ, ਭਾਵੇਂ ਪਟਿਆਲੇ ਵਿੱਚ ਹੋਵੇ, ਭਾਵੇਂ ਮੁਕਤਸਰ ਹੋਵੇ, ਜਿੰਨੀ ਵੀ ਜਾਇਦਾਦ ਸੀ ਬਾਬਾ ਇਸ ਅਸਥਾਨ ਦੇ ਨਾਲ ਜੁੜੀ ਹੋਈ, ਉਹ ਸਾਰੀ ਜਾਇਦਾਦ ਬਾਬਾ ਨਿੱਕਾ ਸਿੰਘ ਦੇ ਨਾਂ ਕਰਵਾ ਦਿੱਤੀ, ਨਿਰਮਲੇ ਭੇਖ ਦੇ ਨਾਂ ਕਰਵਾ ਦਿੱਤੀ। ਜਿਨ੍ਹਾਂ ਤੋਂ ਵਿੱਦਿਆ ਲਈ ਸੀ ਬਾਬਾ ਨਿੱਕਾ ਸਿੰਘ ਨਿਰਮਲੇ ਭੇਖ ਦੇ ਨਾਲ ਜੁੜੇ ਹੋਏ ਸੀ। ਸਿੱਖ ਪੰਥ ਦਾ ਇੱਕ ਅੰਗ ਹੈ ਨਿਰਮਲਾ ਭੇਖ, ਜਿਨ੍ਹਾਂ ਨੇ ਉਸ ਸਮੇਂ ਗੁਰਬਾਣੀ ਦੀ ਸੰਥਿਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਤਿਕਾਰ ਨੂੰ ਬਰਕਰਾਰ ਰੱਖਿਆ। ਜਦੋਂ ਸਾਡੇ ਸਿੰਘ ਘੋੜਿਆਂ ਦੀਆਂ ਕਾਠੀਆਂ ਤੇ ਆਰਾਮ ਕਰਦੇ ਸੀ, ਜਦੋਂ ਸਾਡੇ ਸਿੰਘਾਂ ਦਾ ਟਿਕਾਣਾ ਜੰਗਲਾਂ ਦੇ ਵਿੱਚ ਹੁੰਦਾ ਸੀ ਘੋੜਿਆਂ ਦੀ ਕਾਠੀਆਂ ਤੇ ਵੀਰ ਜੀ ਉਸ ਸਮੇਂ ਜੇ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨੂੰ ਬਰਕਰਾਰ ਰੱਖਿਆ, ਸਿੱਖ ਪੰਥ ਦੀਆਂ ਵਿਰਾਸਤਾਂ ਨੂੰ ਸੰਭਾਲ ਕੇ ਰੱਖਿਆ, ਉਹ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਵਰਸਾਈ ਨਿਰਮਲਾ ਭੇਖ ਹੈ ਜਿਨ੍ਹਾਂ ਨੇ ਰੱਖਿਆ। ਤੇ ਨਿਰਮਲੇ ਭੇਖ ਦੇ ਨਾਂ ਬੀਬੀ ਪ੍ਰਧਾਨ ਕੌਰ ਨੇ ਇਹ ਵਸੀਅਤ ਕਰਾਈ ਕਿ ਜਿਹੜੀ ਮੇਰੀ ਇਹ ਜਾਇਦਾਦ ਹੈ, ਜਿੰਨੀ ਵੀ ਸਾਡੀ ਜਾਇਦਾਦ ਆ, ਇਸ ਜਾਇਦਾਦ ਦੀ ਕਮਾਈ ਦੇ ਨਾਲ ਗਰੀਬਾਂ ਦੇ ਲਈ ਗੁਰੂ ਕੇ ਲੰਗਰ ਹਮੇਸ਼ਾ ਟੁੱਟ ਚੱਲਦੇ ਰਹਿਣ। ਠੀਕ ਹੈ ਜੀ। ਗੁਰੂ ਗਰੀਬ ਹਮੇਸ਼ਾ ਹੀ ਇੱਥੇ ਆ ਕੇ ਪੁਕਾਰਾਂ ਕਰਦੇ ਨੇ, ਗਰੀਬਾਂ ਦੇ ਲਈ ਜਿਹੜੀ ਸਾਡੀ ਜਾਇਦਾਦ ਦੀ ਕਮਾਈ ਹੈ ਉਹਨਾਂ ਤੇ ਲੱਗੇ। ਤੇ ਉਹਨਾਂ ਨੇ ਇੱਕ ਹੋਰ ਵੀ ਕਿਹਾ ਸੀ ਕਿ ਸਾਡੀ ਇਸ ਕਮਾਈ ਦੇ ਨਾਲ, ਕਿਉਂਕਿ ਬੀਬੀ ਪ੍ਰਧਾਨ ਕੌਰ ਜੀ ਰੱਬ ਨਾਲ ਜੁੜੇ ਹੋਈ ਸ਼ਖਸੀਅਤ ਸਨ, ਉਹਨਾਂ ਨੇ ਕਿਹਾ ਕਿ ਸਾਡੀ ਇਸ ਕਮਾਈ ਦੇ ਨਾਲ ਜਿਹੜਾ ਕੋਈ ਭਾਵਨਾ ਨਾਲ ਸੇਵਾ ਕਰੂ ਉਹਨੂੰ ਬਹੁਤ ਕੁਝ ਪ੍ਰਾਪਤ ਹੋਊਗਾ। ਜਿਹੜਾ ਕੋਈ ਮਾੜੀ ਨੀਤ ਦੇ ਨਾਲ, ਮਾੜੀ ਖੋਟ ਦੇ ਨਾਲ ਇੱਥੇ ਕੋਈ ਕੰਮ ਕਰੂਗਾ ਉਹਦਾ ਬਹੁਤ ਮਾੜਾ ਹਾਲ ਹੋਊਗਾ। ਵਸੀਅਤ ਦੇ ਵਿੱਚ ਬੀਬੀ ਪ੍ਰਧਾਨ ਕੌਰ ਜੀ ਨੇ ਨਿਰਮਲੇ ਭੇਖ ਨੂੰ ਕਰਵਾਈ ਹੈ। ਸਮੇਂ ਤੇ ਆ ਕੇ ਬਾਬਾ ਨਿੱਕਾ ਸਿੰਘ ਤੋਂ ਬਾਅਦ ਸ੍ਰੀ ਮਾਨ ਮਹੰਤ ਸਾਹਿਬਾਨ ਹੋਏ ਜਿਨ੍ਹਾਂ ਨੇ ਇਹ ਸਾਰੀ ਜਾਇਦਾਦ ਨੂੰ ਸੰਭਾਲਿਆ। ਸਮੇਂ ਤੇ ਉਹ ਸੇਵਾ ਕਰਦੇ ਰਹੇ। ਇਸੇ ਤਰ੍ਹਾਂ ਇਹੋ ਜਿਹਾ ਸਮਾਂ ਬਣਿਆ ਕਿ ਬਾਬਾ ਗਾਂਧਾ ਸਿੰਘ ਜੀ ਵੀ ਇਸ ਸਥਾਨ ਦੇ ਮੁਖੀ ਹੋਏ। ਠੀਕ ਹੈ ਜੀ। ਜਿਵੇਂ ਮੈਂ ਤੁਹਾਨੂੰ ਦੱਸਿਆ ਬਾਬਾ ਰਘਵੀਰ ਸਿੰਘ, ਬਾਬਾ ਨਿੱਕਾ ਸਿੰਘ ਜੀ ਹੋਏ, ਉਹਨਾਂ ਤੋਂ ਬਾਬਾ ਗਾਂਧਾ ਸਿੰਘ ਜੀ ਇਸ ਸਥਾਨ ਦੇ ਮਹੰਤ ਹੋਏ। ਬਾਬਾ ਗਾਂਧਾ ਸਿੰਘ ਦੇ ਸਮੇਂ ਇੱਥੇ ਵੀਰ ਜੀ ਇਸ ਇਲਾਕੇ ਵਿੱਚ ਕਾਲ ਪੈ ਗਿਆ। ਅੱਛਾ ਜੀ। ਜਿੱਥੇ ਕਿ ਕੋਈ ਗਰੀਬਾਂ ਨੂੰ ਲੰਗਰ ਤਾਂ ਮਿਲਣਾ ਬਹੁਤ ਦੂਰ ਦੀ ਗੱਲ ਸੀ। ਉਸ ਵੇਲੇ ਵੀ ਕਹਿੰਦੇ ਬਾਬਾ ਗਾਂਧਾ ਸਿੰਘ ਨੇ ਇਹਨਾਂ ਸਥਾਨਾਂ ਤੇ ਗੁਰੂ ਕੇ ਲੰਗਰ ਅਟੁੱਟ ਚਲਾਏ, ਘਰ ਦੇ ਵਿੱਚ ਲੰਗਰ ਪਹੁੰਚਾਇਆ, ਆਪ ਤਿਆਰ ਕੀਤਾ। ਤੇ ਉਸ ਸਮੇਂ ਤੋਂ ਬਾਬਾ ਗਾਂਧਾ ਸਿੰਘ ਇਹ ਸਥਾਨ ਮਸ਼ਹੂਰ ਹੋ ਗਿਆ। ਅੱਛਾ ਜੀ। ਇੱਥੇ ਇਹ ਜਿਹੜਾ ਉਹਨਾਂ ਦੇ ਨਾਂ ਜਿਹੜਾ ਗੁਰਦੁਆਰਾ ਸਾਹਿਬ ਹੈ, ਇਹ ਗੁਰਦੁਆਰਾ ਬਾਬਾ ਗਾਂਧਾ ਸਿੰਘ ਦੇ ਨਾਮ ਤੇ ਮਸ਼ਹੂਰ ਹੈ। ਜਿੱਥੇ ਆਪਾਂ ਬੈਠੇ ਹਾਂ ਇਹ ਬੀਬੀ ਪ੍ਰਧਾਨ ਕੌਰ ਜੀ ਦਾ ਸਥਾਨ ਹੈ, ਜਿਹੜਾ ਕਿ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਹੀ ਸੰਗਤਾਂ ਦੇ ਸਾਹਮਣੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਪ੍ਰਗਟ ਹੋਇਆ। ਕਿਉਂਕਿ ਬਾਬਾ ਆਲਾ ਸਿੰਘ ਜੀ ਦੀ ਵਿਰਾਸਤ ਹੈ, ਉਹਨਾਂ ਦੀਆਂ ਜਾਇਦਾਦਾਂ ਨੇ,
ਮੈਂ ਇੱਕ ਸਮਝ ਲਵਾਂ ਕਿ ਜਿਨ੍ਹਾਂ ਨੇ ਸੇਵਾ ਕੀਤੀ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਫੂਲ ਸੰਦਲੀ ਦੀ ਇਹ ਵਿਰਾਸਤ ਹੈ, ਉਹਨਾਂ ਦੇ ਵਰਸੋਏ ਹੋਇਆਂ ਦੀ ਵਿਰਾਸਤ ਹੈ। ਤੇ ਇੱਥੇ ਹਮੇਸ਼ਾ ਹੀ ਗੁਰੂ ਕੇ ਜਿਹੜੇ ਲੰਗਰ ਨੇ ਅਟੁੱਟ ਚੱਲਦੇ ਨੇ। ਸਮੇਂ ਦੇ ਹਿਸਾਬ ਦੇ ਨਾਲ ਇੱਥੇ ਮਹਾਂਪੁਰਸ਼ਾਂ ਨੇ ਆਪਣੀਆਂ ਜਿਹੜੀਆਂ ਸੇਵਾਵਾਂ ਦਿੱਤੀਆਂ ਨੇ। ਇਸ ਸਥਾਨ ਦੀ ਜੇ ਗੱਲ ਕਰ ਲਈਏ ਤਪ ਸਥਾਨ ਬੀਬੀ ਪ੍ਰਧਾਨ ਕੌਰ ਦੀ, ਬੀਬੀ ਜੀ ਦਾ 300 ਸਾਲ ਪੁਰਾਣਾ ਇਹ ਸਰੋਵਰ ਹੈ। ਕਿਉਂਕਿ ਇੱਕ ਗੱਲ ਕਹਿਣ ਦੇ ਵਿੱਚ ਮੈਂ ਸੰਕੋਚ ਨਹੀਂ ਕਰਾਂਗਾ ਕਿ ਜਿਸ ਬੀਬੀ ਪ੍ਰਧਾਨ ਕੌਰ ਨੇ ਉਸ ਪ੍ਰਭੂ ਦੀ ਭਗਤੀ ਵਿੱਚ ਲੀਨ ਹੋ ਕੇ ਇਸ ਸਥਾਨ ਤੇ ਭਗਤੀ ਕੀਤੀ, ਜਿਸ ਬੀਬੀ ਪ੍ਰਧਾਨ ਕੌਰ ਨੇ ਆਪਣੀ ਸਾਰੀ ਜਾਇਦਾਦ ਨਿਰਮਲ ਭੇਖ ਦੇ ਨਾਲ ਲਵਾਈ, ਜਿਨ੍ਹਾਂ ਦਾ ਮਕਸਦ ਸੀ ਕਿ ਗੁਰੂ ਕੇ ਲੰਗਰ ਟੁੱਟ ਚੱਲਣ, ਚੱਲਦੇ ਵੀ ਰਹੇ, ਠੀਕ ਹੈ ਜੀ। ਲੇਕਿਨ ਸਮੇਂ ਤੇ ਬਹੁਤ ਹੋਇਆ, ਲੇਕਿਨ ਬੀਬੀ ਪ੍ਰਧਾਨ ਕੌਰ ਨੂੰ ਕਿਸੇ ਨੇ ਯਾਦ ਨਹੀਂ ਕੀਤਾ। ਬੀਬੀ ਪ੍ਰਧਾਨ ਕੌਰ ਦਾ ਇਤਿਹਾਸ ਲੋਕਾਂ ਵਿੱਚ ਨਹੀਂ ਆਇਆ। ਬੀਬੀ ਪ੍ਰਧਾਨ ਕੌਰ ਕੌਣ ਸੀ ਇਹ ਮੈਨੂੰ ਲੱਗਦਾ ਸਾਰੇ ਭੁੱਲੇ ਹੋਏ ਸੀ। ਜੇ ਗੱਲ ਕਰੋ, ਮੇਰੀ ਕੋਈ ਬਹੁਤੀ ਉਮਰ ਨਹੀਂ, ਮੇਰੀ ਵੀ ਛੋਟੀ ਉਮਰ ਹੈ, ਮੈਂ ਕੋਈ ਵੱਡਾ ਜਾਂ ਵਿਦਵਾਨ ਨਹੀਂ ਹਾਂ, ਲੇਕਿਨ ਗੁਰੂ ਮਹਾਰਾਜ ਨੇ ਕਿਰਪਾ ਕੀਤੀ। ਸਾਡੇ ਇੱਥੋਂ ਦੀ ਨੇ, ਇਲਾਕੇ ਦੇ ਨੇ ਜਥੇਦਾਰ ਪਰਮਜੀਤ ਸਿੰਘ ਖਾਲਸਾ, ਉਹ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਇਸ ਸਮੇਂ ਅੰਤਰਕ ਮੈਂਬਰ ਨੇ। ਠੀਕ ਹੈ ਜੀ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਵੀ ਸਮੇਂ ਦੇ ਚੱਲਦੇ ਆਏ। 1974 ਤੋਂ ਲੈ ਕੇ ਜਿਹੜਾ ਇਹ ਪ੍ਰਬੰਧ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ। ਗੁਰਦੁਆਰਾ ਬਾਬਾ ਗੰਦਾ ਸਿੰਘ ਜੀ ਦਾ, ਅੱਛਾ ਜੀ, ਡੇਰਾ ਬਾਬਾ ਗੰਦਾ ਸਿੰਘ ਜੀ ਵੱਖਰਾ ਹੈਗਾ, ਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ। ਲੇਕਿਨ ਫਿਰ ਵੀ ਭਾਵੇਂ ਕੋਈ ਵੀ ਹੋਵੇ, ਮੈਂ ਸੰਕੋਚ ਨਹੀਂ ਕਰਦਾ, ਬੀਬੀ ਪ੍ਰਧਾਨ ਕੌਰ ਨੂੰ ਕਿਸੇ ਨੇ ਯਾਦ ਨਹੀਂ ਕੀਤਾ, ਜਿਹੜੀ ਅਸਲੀ ਵੰਸ਼ ਦੇ ਮਾਲਕ ਨੇ। ਜਥੇਦਾਰ ਪਰਮਜੀਤ ਸਿੰਘ ਖਾਲਸਾ ਜੀ ਅਤੇ ਦਾਸ ਨੇ ਉਸ ਸਮੇਂ ਬੀਬੀ ਪ੍ਰਧਾਨ ਕੌਰ ਨਾਲ ਸੰਬੰਧਿਤ ਅਸੀਂ ਲਿਟਰੇਚਰ ਇਕੱਠਾ ਕੀਤਾ, ਉਹਨਾਂ ਤੇ ਇਤਿਹਾਸ ਨੂੰ ਥੋੜ੍ਹਾ ਜਿਹਾ ਜਾ ਕੇ ਫਰੋਲਿਆ। ਖਾਲਸਾ ਜੀ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ। ਉਸ ਤੋਂ ਬਾਅਦ ਇਸ ਸਥਾਨ ਤੇ ਜਿਹੜਾ ਕਿ ਖੁਦ ਬੀਬੀ ਪ੍ਰਧਾਨ ਕੌਰ ਦਾ, ਅਸੀਂ ਕੁਝ ਨਹੀਂ ਕਹਿ ਲਈਏ ਕੋਲੋਂ ਕੀਤਾ। ਮੈਂ ਇਹ ਗੱਲ ਜ਼ਰੂਰ ਕਹਿ ਸਕਦਾ ਕਿ ਖੁਦ ਬੀਬੀ ਪ੍ਰਧਾਨ ਕੌਰ ਦਾ ਆਪਣੇ ਆਪ ਪ੍ਰਗਟ ਹੋਇਆ ਇਹ ਸਥਾਨ ਆ ਜਿੱਥੇ ਤੁਸੀਂ ਬੈਠੇ ਹੋ। ਠੀਕ ਹੈ ਜੀ। ਮਹਾਰਾਜ ਨੇ, ਬੀਬੀ ਜੀ ਨੇ ਕਹਿ ਲਓ ਜਾਂ ਮਹਾਰਾਜ ਨੇ ਕਹਿ ਲਓ, ਕਿੰਨੇ 300 ਸਾਲ ਬਾਅਦ ਸੇਵਾ ਕੀ ਤੋਂ ਕਿਵੇਂ ਲੈਣੀ ਹੈ ਉਹ ਮਹਾਰਾਜ ਜਾਣਦਾ। ਉਹਨਾਂ ਨੇ ਦੇਖੋ ਸਿਰ ਤੇ ਹੱਥ ਰੱਖਿਆ ਤੇ ਇਸ ਸਥਾਨ ਤੇ ਸੁੰਦਰ ਗੁਰੂ ਘਰ ਬਣਾਇਆ ਗਿਆ। ਤੇ ਗੁਰੂ ਘਰ ਜਦੋਂ ਬਣਾਇਆ, ਇੱਥੇ ਜਿੱਥੇ ਤੁਸੀਂ ਦੇਖ ਰਹੇ ਹੋ ਸਰੋਵਰ, ਇੱਥੇ ਬਹੁਤ ਸਾਰੇ ਪੁਰਾਤਨ ਦਰਖਤ ਹੋਏ ਸੀਗੇ ਪਹਿਲਾਂ ਦੇ। ਹਾਂਜੀ ਹਾਂ। ਤੇ ਸਾਨੂੰ ਇਹ ਜ਼ਰੂਰ ਕਿਹਾ ਜਾਂਦਾ ਸੀਗਾ, ਜਿਵੇਂ ਕਿਉਂਕਿ ਬਜ਼ੁਰਗਾਂ ਤੋਂ ਸੁਣਨ ਚ ਆਇਆ ਸੀ ਵੀ ਜਿਹੜਾ ਇਹ ਪਾਵਨ ਸਰੋਵਰ ਹੈ ਵੀ ਇੱਥੇ ਬੀਬੀ ਪ੍ਰਧਾਨ ਕੌਰ ਦਾ। ਇੱਕ ਮੈਂ ਇਹ ਗੱਲ ਤੁਹਾਨੂੰ ਹੋਰ ਵੀ ਕਹਿ ਦੇਵਾਂ ਕਿ ਇੱਥੇ ਜਦੋਂ ਅਸੀਂ ਸੇਵਾ ਕਰਦੇ ਹੁੰਦੇ ਸੀ ਪਹਿਲਾਂ ਵੀ ਗੁਰਦੁਆਰਾ ਬਾਬਾ ਗੰਦਾ ਸਿੰਘ ਜੀ ਵਿਖੇ, ਉਦੋਂ ਸਾਨੂੰ ਸੰਗਤ ਵੱਲੋਂ ਕਿਹਾ ਜਾਂਦਾ ਸੀ ਕਿ ਜਿਹੜਾ ਸਰੋਵਰ ਹੈ ਵੀ ਇਹ ਪਾਣੀ ਨਹੀਂ ਹੈਗਾ, ਇਹ ਸਰੋਵਰ ਨਹੀਂ ਹੈਗਾ, ਪਤਾ ਨਹੀਂ ਕੀ ਕਿੱਧਰ ਗਿਆ। ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਬੀਬੀ ਪ੍ਰਧਾਨ ਕੌਰ ਜੀ ਨੇ ਇੱਥੇ ਇੱਕ ਸਰਾਪ ਦੇ ਦਿੱਤਾ ਸੀ। ਅੱਛਾ, ਪਹਿਲਾਂ ਇਹ ਸਰੋਵਰ ਬਾਅਦ ਚੋਂ ਲੱਭਿਆ ਗਿਆ? ਹਾਂਜੀ ਹਾਂ, ਇਹ ਪ੍ਰਗਟ ਹੀ ਹੋਇਆ, ਮੈਂ ਤਾਂ ਕਹਿ ਸਕਦਾ ਪ੍ਰਗਟ। ਹਾਂ, ਕਿਉਂਕਿ ਬੀਬੀ ਪ੍ਰਧਾਨ ਕੌਰ ਜੀ ਜਿਹੜੀ ਇੱਥੇ ਚਰਚਾ ਹੈਗੀ, ਜਿਹੜੀ ਗੱਲਾਂ ਸੁਣਨ ਚ ਆਈਆਂ ਨੇ, ਬੀਬੀ ਪ੍ਰਧਾਨ ਕੌਰ ਜੀ ਨੇ ਇੱਥੇ ਤਪ ਕੀਤਾ। ਉਹ ਇੱਥੇ ਇਸ ਸਰੋਵਰ 'ਚ ਇਸ਼ਨਾਨ ਕਰਿਆ ਕਰਦੇ ਸਨ ਤੇ ਕੁਝ ਮਾੜੀ ਖੋਟ, ਮਾੜੀ ਨੀਤ ਵਾਲਿਆਂ ਨੇ, ਕੁਝ ਨੌਜਵਾਨਾਂ ਨੇ ਸੋਚ ਲਿਆ ਕਿ ਅਸੀਂ ਬੀਬੀ ਦਾ ਨਗਨ ਦੇਖਣਾ ਹੈ। ਤੇ ਜਦੋਂ ਬੀਬੀ ਜੀ ਇਸ਼ਨਾਨ ਕਰਨ ਲੱਗੇ ਤਾਂ ਉਹਨਾਂ ਨੂੰ ਪਤਾ ਲੱਗਿਆ, ਤਾਂ ਬੀਬੀ ਜੀ ਕਹਿਣ ਲੱਗੇ ਕਿ ਅਸੀਂ ਇੱਥੋਂ ਦੀ ਧੀ ਆ, ਮੈਂ ਇੱਥੋਂ ਦੀ ਧੀ ਆ, ਤੇ ਤੁਸੀਂ ਇਹ ਕੰਮ ਕਰ ਰਹੇ ਹੋ ਬਹੁਤ ਗਲਤ ਹੈ, ਤੁਹਾਡੀਆਂ ਧੀਆਂ ਕਿਤੇ ਇੱਥੇ ਨਾ ਬੈਠੀਆਂ ਰਹਿਣ। ਤਾਂ ਉਹ ਜਿਹੜੇ ਇੱਥੋਂ ਦੇ ਲੋਕ ਸੀਗੇ, ਸੰਗਤਾਂ ਸੀਗੀਆਂ, ਉਹ ਕਹਿਣ ਲੱਗੇ ਵੀ ਇਹ ਸਰੋਵਰ ਵੀ ਉੱਥੋਂ ਦਾ ਪਿਆ ਹੈਗਾ, ਇਹ ਇੱਕ ਬਹੁਤ ਵੱਡੀ ਭੁੱਲ ਹੋਈ ਹੈ, ਤੁਸੀਂ ਇਹਦੀ ਸੇਵਾ ਸੰਭਾਲ ਕਰੋ, ਇਹਨੂੰ ਦੇਖੋ। ਜਦੋਂ ਇੱਥੋਂ ਦਰਖਤਾਂ ਦੀ ਸਫਾਈ ਕਰਾਈ ਗਈ ਤਾਂ ਉਸ ਵੇਲੇ ਦਾ ਪੁਰਾਤਨ ਦਾ ਸਾਰਾ ਸਰੋਵਰ ਆਪਣੇ ਆਪ ਛੋਟੀ ਇੱਟ ਦਾ, ਭਦੌੜੀ ਇੱਟ ਜਿਹਨੂੰ ਕਿਹਾ ਜਾਂਦਾ ਸੀ, ਉਹ ਨਿਕਲਿਆ ਆ ਪੁਰਾਣੀਆਂ ਦਾ। ਉਹ ਸਾਰੀਆਂ ਉਵੇਂ ਪੌੜੀਆਂ ਨੇ। ਤੇ ਇੱਕ ਹੋਰ ਬਹੁਤ ਵੱਡੀ ਗੱਲ ਹੈ ਕਿ ਜਿੱਥੇ ਸਰੋਵਰ ਬਣਿਆ ਸੀ ਉੱਥੇ ਘੋੜਿਆਂ ਦੇ ਪਾਣੀ ਪੀਣ ਵਾਸਤੇ ਵੱਖਰਾ ਰਸਤਾ ਰੱਖਿਆ ਜਗ੍ਹਾ ਬਣੀ ਹੋਈ ਸੀ। ਉਹ ਇਸ ਰੈਂਪ ਹਿਸਾਬ ਨਾਲ ਬਣਾਇਆ ਹੋਇਆ ਸੀ, ਕਿਉਂਕਿ ਦੇਖੋ 1762 ਦਾ ਵੱਡਾ ਘੱਲੂ ਘਰ ਆ। ਉਸ ਤੋਂ ਬਾਅਦ ਵੀ ਸਿੰਘ ਸਾਡੇ ਜੰਗਲਾਂ ਵਿੱਚ ਹੀ ਰਹੇ ਨੇ। ਕਿਹਾ ਜਾਂਦਾ ਹੈ ਕਿ ਇੱਥੇ ਆ ਕੇ ਉਹ ਸਾਡੇ ਜੱਸਾ ਸਿੰਘ ਜੀ ਆਹਲੂਵਾਲੀਆ, ਜੱਸਾ ਸਿੰਘ ਜੀ ਰਾਮਗੜੀਆ, ਸਾਡੇ ਨਵਾਬ ਇੱਥੇ ਆ ਕੇ ਮੀਟਿੰਗਾਂ ਕਰਿਆ ਕਰਦੇ ਸੀ, ਵਿਉਂਤਬੰਦੀ ਕਰਿਆ ਕਰਦੇ ਸੀ, ਕਿਉਂਕਿ ਸੰਘਲਾ ਜੰਗਲ ਸੀਗਾ, ਜਿਵੇਂ ਅੱਜ ਤਾਂ ਸ਼ਹਿਰ ਵਸਿਆ ਹੋਇਆ, ਉਦੋਂ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਸੀ। ਉਹ ਜਿਹੜਾ ਸਰੋਵਰ ਆ ਇੱਥੇ ਪ੍ਰਗਟ ਹੋਇਆ। ਹੁਣ ਇਸ ਸਥਾਨ ਤੇ ਇਹ ਸਥਾਨ ਦਾ ਨਾਂ ਹੀ ਗੁਰਦੁਆਰਾ ਤਪ ਸਥਾਨ ਬੀਬੀ ਪ੍ਰਧਾਨ ਕੌਰ ਹੈ, ਜਿੱਥੇ ਹਮੇਸ਼ਾ ਗੁਰੂ ਕੇ ਲੰਗਰ 24 ਘੰਟੇ ਚੱਲਦੇ ਹੈ। ਤੇ ਗੁਰੂ ਮਹਾਰਾਜ ਦੀਆਂ ਜਿਹੜੀਆਂ ਸੰਗਤਾਂ ਨੇ
ਉਹ ਭਾਵਨਾ ਨਾਲ ਸੇਵਾ ਕਰਦੀਆਂ ਨੇ। ਬਹੁਤ ਸਾਰੀਆਂ ਸੰਗਤਾਂ ਦੀਆਂ ਭਾਵਨਾ ਪੂਰੀਆਂ ਹੁੰਦੀਆਂ ਨੇ ਤੇ ਪ੍ਰਾਰਥਨਾ ਸਰੋਵਰ ਦੇ ਵਿੱਚ ਇਸ਼ਨਾਨ ਵੀ ਹੁੰਦੇ ਹੈ। ਪੂਰਨਮਾਸ਼ੀ ਦਾ ਜਿਹੜਾ ਦਿਹਾੜਾ ਹਰ ਮਹੀਨੇ ਇੱਥੇ ਭਰਦਾ, ਸੰਗਤਾਂ ਜਿਹੜੀਆਂ ਹੈਗੀਆਂ ਨੇ ਇਸ਼ਨਾਨ ਵੀ ਕਰਦੀਆਂ ਨੇ। ਠੀਕ ਹੈ ਜੀ। ਹੋਰ ਕੋਈ ਸਮਾਗਮ ਵੀ ਮਨਾਏ ਜਾਂਦੇ ਨੇ ਇੱਥੇ, ਕੋਈ ਚੀਜ਼ਾਂ ਜੁੜੀਆਂ, ਜਿਵੇਂ ਤੁਸੀਂ ਦੱਸਿਆ ਸੀਗਾ ਕਿ ਦੁੱਖ ਟੁੱਟਦੇ ਨੇ ਜੀ, ਕੋਈ ਸੱਚੇ ਮਨ ਆਉਂਦਾ, ਵੈਸੇ ਤਾਂ ਉਹ ਹਰ ਜਗ੍ਹਾ ਹੁੰਦੇ ਨੇ, ਜੀ, ਹਰ ਜੀ, ਗੁਰਦੁਆਰਾ ਸਾਹਿਬ ਹੁੰਦੇ ਨੇ, ਜੀ। ਜਿਵੇਂ ਤੁਸੀਂ ਦੱਸਿਆ ਸੀ ਉਹ ਗੱਲ ਦੇ ਵਿੱਚ। ਦੇਖੋ ਜੀ, ਜਿਸ ਧਰਤੀ ਤੇ ਪ੍ਰਭੂ ਦੀ ਬੰਦਗੀ ਹੋਈ ਹੋਵੇ, ਜਿਸ ਧਰਤੀ ਤੇ ਪਰਮੇਸ਼ਰ ਦੇ ਨਾਮ ਦੀ ਹਮੇਸ਼ਾ ਹੀ ਲੀਨ ਦੇ ਵਿੱਚ ਰਹਿਣ ਵਾਲੀਆਂ ਸ਼ਖਸੀਅਤਾਂ ਰਹੀਆਂ ਹੋਣ, ਉਹ ਧਰਤੀ ਤਾਂ ਜਿਵੇਂ ਆਪਾਂ ਕਹਿ ਦਿੰਦੇ ਹਾਂ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਗੁਰੂ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇੱਥੇ ਸੁਸ਼ੋਭਿਤ ਨੇ। ਤੇ ਉਸ ਤੋਂ ਵੱਡੀ ਗੱਲ ਨਾਲ ਇਹ ਵੀ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਦੇ ਨਾਲ ਇੱਥੇ ਜਿੱਥੇ ਹਰ ਸਮੇਂ ਗੁਰਬਾਣੀ ਦੇ ਪ੍ਰਵਾਹ ਚੱਲਦੇ ਹੈ ਤੇ ਬੀਬੀ ਪ੍ਰਧਾਨ ਕੌਰ ਜੀ ਮਹਾਨ ਸ਼ਖਸੀਅਤ ਨੇ ਤੇ ਤਪ ਕੀਤੇ ਨੇ ਤੇ ਇੱਥੇ ਸਭ ਦੀਆਂ ਮਨ ਦੀਆਂ ਭਾਵਨਾਵਾਂ ਵੀ ਪੂਰਨ ਹੁੰਦੀਆਂ ਨੇ। ਦੇਸਾਂ ਵਿਦੇਸਾਂ ਵਿੱਚੋਂ ਸੰਗਤਾਂ ਇੱਥੇ ਆ ਕੇ ਪੂਰਨਮਾਸੀ ਦੇ ਦਿਹਾੜੇ ਨੂੰ ਸੰਬੰਧਿਤ ਵੀ ਆਉਂਦੀਆਂ ਨੇ। ਸਾਡੇ ਅਸੀਂ ਦੇਖਦੇ ਹਾਂ ਨੌਜਵਾਨ ਜਿਹੜੇ ਵੀਰ ਨੇ, ਕਿਉਂਕਿ ਇਲਾਕੇ ਵਿੱਚ ਆਈਲੈਟ ਸੈਂਟਰ ਬਣੇ ਹੋਏ ਹੈ ਤੇ ਉਹ ਕਿਸੇ ਦੇ ਵੀਜ਼ੇ ਨਹੀਂ ਲੱਗਦੇ, ਕਿਸੇ ਨੂੰ ਹੋਰ ਕਾਰਜ ਹੁੰਦਾ ਹੈ ਕੋਈ, ਉਹ ਇੱਥੇ ਆ ਕੇ ਅਰਦਾਸਾਂ ਬੇਨਤੀਆਂ ਕਰਦੇ ਹੈ ਤੇ ਸੱਚੇ ਪਾਤਸ਼ਾਹ ਭਾਵਨਾ ਪੂਰਨ ਕਰਦੇ ਆ, ਕਿਉਂਕਿ ਸ਼ਕਤੀਸ਼ਾਲੀ ਸਥਾਨ ਹੈ, ਸਿੰਘਾਂ ਸ਼ਹੀਦਾਂ ਦਾ ਸਥਾਨ ਹੈ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਇੱਥੇ ਹੁਣ ਵੀ 2 ਉਦਘਾਟਨ ਕੀਤੇ ਗਏ ਨੇ। ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਸੁੰਦਰ ਸਰਾਵਾਂ ਬਣਾਈਆਂ ਜਾ ਰਹੀਆਂ ਨੇ, ਹੋਰ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਨੇ ਸੰਗਤਾਂ ਨੂੰ ਦਿੱਤੀਆਂ ਜਾ ਰਹੀਆਂ ਨੇ। ਮਤਲਬ ਕੀ ਹੈ ਕਿ ਬੀਬੀ ਪ੍ਰਧਾਨ ਕੌਰ ਨੇ ਗੁਰੂ ਕੇ ਲੰਗਰ ਤੇ ਸੰਗਤ ਲਈ ਜੋ ਕੀਤਾ ਸੀ, ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਉਹ ਬਿਲਕੁਲ ਉਹ ਸਹੂਲਤਾਂ, ਉਹ ਬੀਬੀ ਪ੍ਰਧਾਨ ਕੌਰ ਦਾ ਜਿਹੜਾ ਮਨ ਦਾ ਫੁਰਨਾ ਉਸੇ ਤਰ੍ਹਾਂ ਚੱਲਦਾ ਰਹੇ। ਇਸ ਤਰ੍ਹਾਂ ਚੱਲਦਾ ਆ ਰਿਹਾ। ਠੀਕ ਹੈ ਜੀ। ਇੱਕ ਭਾਈ ਸਾਹਿਬ ਹੋਰ ਦੱਸੋ ਕਿ ਬਰਨਾਲੇ ਦੀਆਂ ਕੀ ਮਸ਼ਹੂਰ ਨੇ ਚੀਜ਼ਾਂ? ਠੀਕ ਹੈ, ਕੋਈ ਇਤਿਹਾਸ ਰਿਹਾ ਹੋਵੇ ਬਰਨਾਲੇ ਦਾ? ਜੀ, ਇੱਥੇ ਜਿਸ ਸਥਾਨ ਤੇ ਆਪਾਂ ਬੈਠੇ ਆ ਜੀ, ਹਾਂਜੀ, ਇੱਥੇ ਬੀਬੀ ਪ੍ਰਧਾਨ ਕੌਰ ਜੀ ਜਿਨ੍ਹਾਂ ਨੇ ਜਪ ਤਪ ਕੀਤਾ, ਉਹਨਾਂ ਨੇ ਹੱਥੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਲਿਖੇ। ਅੱਛਾ ਜੀ। ਤੇ ਬੀਬੀ ਪ੍ਰਧਾਨ ਕੌਰ ਜੀ ਦੇ ਹੱਥੀਂ ਪਾਵਨ ਲਿਖਤ ਸਰੂਪ ਇਸ ਸਥਾਨ ਤੇ ਸੁਸ਼ੋਭਿਤ ਨੇ। ਠੀਕ ਹੈ। ਜਿਨ੍ਹਾਂ ਦੇ ਦਰਸ਼ਨ ਗੁਰੂ ਨਾਨਕ ਦੇਵ ਮਹਾਰਾਜ ਦੇ ਗੁਰਪੁਰਬ ਤੇ ਵੀ ਕਰਵਾਏ ਜਾਂਦੇ ਹੈ ਤੇ ਜੇ ਸੰਗਤ ਵਿਸ਼ੇਸ਼ ਚੱਲ ਕੇ ਜਦੋਂ ਆਉਂਦੀ ਹੈ ਉਹਨਾਂ ਨੂੰ ਦਰਸ਼ਨ ਵੀ ਕਰਵਾਏ ਜਾਂਦੇ ਹੈ। ਰਹੀ ਗੱਲ ਬਰਨਾਲੇ ਦੀ, ਇੱਥੇ ਹਰ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਵਸੇ ਹੋਏ ਨੇ ਤੇ ਬਹੁਤ ਧਾਰਮਿਕ ਤੇ ਸਮਾਜਿਕ ਇੱਥੇ ਲੋਕ ਰਹਿੰਦੇ ਹੈ, ਕਿਉਂਕਿ ਬਰਨਾਲਾ ਇੱਕ ਚੌੜੇ ਬਾਜ਼ਾਰਾਂ ਕਰਕੇ ਵੀ ਮਸ਼ਹੂਰ ਹੈ। ਠੀਕ ਹੈ ਜੀ। ਬਰਨਾਲੇ ਦੇ ਜਿਹੜੇ ਬਾਜ਼ਾਰ ਨੇ, ਸਦਰ ਬਾਜ਼ਾਰ, ਫਰਵਾਹੀ ਬਾਜ਼ਾਰ ਤੇ ਹੰਡਿਆਇਆ ਬਾਜ਼ਾਰ, ਇਹ ਬਾਜ਼ਾਰ ਇੰਨੇ ਚੌੜੇ ਆ ਜਿੱਥੇ ਕੋਈ ਦਿੱਕਤ ਨਹੀਂ ਆਉਂਦੀ। ਜੇ ਧਾਰਮਿਕ ਸਥਾਨਾਂ ਦੀ ਗੱਲ ਕਰੀਏ, ਇੱਥੇ ਗੁਰਦੁਆਰਾ ਕਾਲਾ ਮਹਿਰ, ਜਿੱਥੇ ਸੰਗਤਾਂ ਦਾ ਬਹੁਤ ਜ਼ਿਆਦਾ ਸੰਧੂ ਸੰਗਤ ਆ ਜਿਹੜੀ ਉਹਨਾਂ ਦੀ ਮੰਨਤਾ ਕਰਦੀ ਹੈ। ਕਾਲਾ ਮਹਿਰ ਸਟੇਡੀਅਮ ਇੱਥੇ ਬਣਿਆ ਹੋਇਆ ਹੈ। ਇੱਥੇ ਪ੍ਰਾਰਥਨਾ ਮੰਦਿਰ ਵੀ ਨੇ ਜਿੱਥੇ ਸਾਡੇ ਹਿੰਦੂ ਵੀਰ ਜਾਂਦੇ ਹੈ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਪੁਰਾਤਨ ਚੀਜ਼ਾਂ ਨੇ ਉਹ ਸਮੇਂ ਦੀਆਂ ਉਹ ਇੱਥੇ ਸੁਸ਼ੋਭਿਤ ਨੇ। ਬਹੁਤ ਸਾਰੀਆਂ ਸਾਰੇ ਤਰ੍ਹਾਂ ਦੇ ਹਰ ਵਰਗ ਦੇ ਜਿਹੜੇ ਇੱਥੇ ਲੋਕ ਨੇ ਰਹਿੰਦੇ ਨੇ। ਲੇਕਿਨ ਸਮਾਜ ਦੇ ਵਿੱਚ ਇਹ ਕਹਿ ਲਈਏ ਕਿ ਸਮਾਜ ਦੇ ਵਿੱਚ ਕੋਈ ਅਹਿਮ ਰੋਲ ਅਦਾ ਕਰਨ ਵਾਲੇ ਜਿਹੜੇ ਲੋਕ ਨੇ ਇਸ ਧਰਤੀ ਨੇ ਪੈਦਾ ਕੀਤੇ, ਭਾਵੇਂ ਉਹ ਕਵੀ ਲੋਕ ਹੋਣ, ਭਾਵੇਂ ਉਹ ਲੇਖਕ ਲੋਕ ਹੋਣ, ਭਾਵੇਂ ਉਹ ਸਮਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਿਸਟਮ ਹੋਵੇ, ਕਿਸੇ ਤਰ੍ਹਾਂ ਵੀ ਸਮਾਜ ਨੂੰ ਲੋੜ ਹੋਵੇ, ਇਸ ਧਰਤੀ ਨੇ ਸਿੰਘ ਸੂਰ ਵੀਰ ਯੋਧੇ ਸਾਰੇ ਇਸ ਧਰਤੀ ਨੇ ਪੈਦਾ ਕੀਤੇ ਹੈ। ਬਿਲਕੁਲ। ਤੇ ਇਸ ਕਰਕੇ ਬਰਨਾਲਾ ਹਰ ਤਰ੍ਹਾਂ ਦੇ ਨਾਲ ਮਸ਼ਹੂਰ ਹੈ ਤੇ ਇਹ ਇਸ ਸਮੇਂ ਬਰਨਾਲਾ ਜ਼ਿਲ੍ਹਾ ਹੈਗਾ। ਬਰਨਾਲੇ ਜ਼ਿਲ੍ਹੇ ਨਾਲ ਪਿੰਡ ਜੁੜੇ ਹੋਏ ਨੇ ਤੇ ਬਹੁਤ ਹੀ ਸੁਖਾਵੇਂ ਮਾਹੌਲ ਦੇ ਵਿੱਚ ਬਰਨਾਲਾ ਵਸਿਆ ਹੋਇਆ ਹੈ। ਤੇ ਬਾਜੂ ਮੰਡਲੀ ਕਹਿ ਲਈਏ ਜਿੱਥੇ ਆਪਾਂ ਬੈਠੇ ਹਾਂ, ਇਸੇ ਸਥਾਨ ਤੇ ਜਿੱਥੇ ਗੁਰੂ ਕੇ ਲੰਗਰ ਟੁੱਟ ਚੱਲਦੇ ਹੈ, ਉੱਥੇ ਹੀ ਕੁਦਰਤ ਨੂੰ ਵੀ ਲੰਗਰ ਲਾਇਆ ਹੋਇਆ ਹੈ। ਕੁਦਰਤ ਦੇ ਲੰਗਰ ਲਾਉਣ ਦਾ ਮਤਲਬ ਮੇਰਾ ਕਹਿਣ ਤੋਂ ਭਾਵ ਹੈ ਇੱਥੇ ਵੀਰ ਜੀ 4 ਕਿੱਲਿਆਂ ਦੇ ਵਿੱਚ ਇੱਕ ਜੰਗਲ ਲਾਇਆ ਹੋਇਆ ਹੈ। ਉਹ ਜੰਗਲ ਦੇ ਵਿੱਚ ਪੰਛੀਆਂ ਦੇ ਲਈ ਅਨਾਜ ਤੇ ਹੋਰ ਜਿਹੜੇ ਜਾਨਵਰ ਨੇ ਉਹਨਾਂ ਦੇ ਲਈ ਵੀ ਜਿਹੜਾ ਹੈਗਾ ਅਨਾਜ ਦਿੱਤਾ ਜਾਂਦਾ ਹੈ। ਭਾਵ ਕਿ ਕੁਦਰਤ ਨੂੰ ਸੁਹਾਵਣਾ ਬਣਾਉਣ ਦੇ ਲਈ, ਐਵਗ੍ਰੀਨ ਬਣਾਉਣ ਦੇ ਲਈ, ਵਾਤਾਵਰਨ ਨੂੰ ਸ਼ੁੱਧ ਬਣਾਉਣ ਦੇ ਲਈ ਵੀ ਜਿਹੜਾ ਯੋਗਦਾਨ ਹੈ ਉਹ ਆਪਣੇ ਵੱਲੋਂ ਪਾਇਆ ਜਾਂਦਾ ਹੈਗਾ। ਤੇ ਹੋਰ ਬਹੁਤ ਸਾਰੇ ਗੁਰਮਤ ਦੇ ਨਾਲ ਰਿਲੇਟਡ ਇੱਥੇ ਗੁਰਮਤ ਸਮਾਗਮ ਹੁੰਦੇ ਨੇ, ਬਹੁਤ ਸਾਰੇ ਮੁਕਾਬਲੇ ਹੁੰਦੇ ਨੇ। ਭਾਵੇਂ ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਨਾਮਦੇਵ ਹੈ, ਜਿੰਨੀਆਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਨੇ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਭਾਰਤ ਦੇ ਵੀ ਇੱਥੇ ਸਮਾਗਮ ਹੁੰਦੇ ਹੈ। ਕਿਉਂਕਿ ਮੈਂ ਜਿਵੇਂ ਪਹਿਲਾਂ ਕਹਿ ਕੇ ਗਿਆ ਵੀ ਇੱਥੇ ਹਰ ਤਰ੍ਹਾਂ ਦੇ ਲੋਕ ਵਸੇ ਹੋਏ ਨੇ। ਜਿੱਥੇ ਵੀ ਸਮਾਜ ਦੇ ਵਿੱਚ ਕੋਈ ਸਮਾਜਿਕ ਲੋੜ ਪਈ ਹੈ ਤਾਂ ਉੱਥੇ ਬਰਨਾਲਾ ਹਰ ਪੱਖ ਤੋਂ ਹਰ ਸਮੇਂ ਹਰ ਵਕਤ ਤਿਆਰ ਰਹਿੰਦਾ ਹੈ। ਠੀਕ ਹੈ ਜੀ।
ਬਹੁਤ ਬਹੁਤ ਧੰਨਵਾਦ ਬਾਈ ਜੀ। ਤੁਹਾਡਾ ਵੀਰ ਜੀ ਧੰਨਵਾਦ, ਤੁਸੀਂ ਸਾਨੂੰ ਦਰਸ਼ਨ ਦਿੱਤੇ ਤੇ ਬੀਬੀ ਪ੍ਰਧਾਨ ਕੌਰ ਦਾ ਜਿਹੜਾ ਇਤਿਹਾਸ ਹੈ ਸਨਮੁਖ ਰੱਖਣ ਦਾ ਸਮਾਂ ਦਿੱਤਾ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਨੂੰ ਜਾਣੂ ਕਰਵਾਇਆ ਕਿ ਬਰਨਾਲਾ ਨਾਂ ਪੈਣ ਪਿੱਛੇ ਕੀ ਇਤਿਹਾਸ ਰਿਹਾ। ਇਵੇਂ ਦੀਆਂ ਵੀਡੀਓ ਬਣਾਉਣ ਦਾ ਪਰਪਸ ਸਾਡਾ ਇਹ ਹੈ ਕਿ ਅਕਸਰ ਆਪਾਂ ਨੂੰ ਸ਼ਹਿਰਾਂ ਤੇ ਪਿੰਡਾਂ ਦੇ ਨਾਮ ਤਾਂ ਪਤਾ ਹੁੰਦੇ ਨੇ, ਪਰ ਉਹਨਾਂ ਦੇ ਨਾਮ ਪੈਣ ਪਿੱਛੇ ਕੀ ਇਤਿਹਾਸ ਹੈ ਬਹੁਤ ਘੱਟ ਲੋਕਾਂ ਨੂੰ ਪਤਾ। ਇਵੇਂ ਦੀਆਂ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਨੂੰ ਇਤਿਹਾਸ ਪਿੰਡਾਂ ਅਤੇ ਸ਼ਹਿਰਾਂ ਦੇ ਨੂੰ ਸਬਸਕ੍ਰਾਈਬ ਕਰੋ, Facebook ਤੇ ਸ਼ੇਅਰ ਕਰੋ, ਲਾਈਕ ਕਰੋ। ਮਿਲਦੇ ਹਾਂ ਨਵੇਂ ਪਿੰਡ ਨਵੇਂ ਇਤਿਹਾਸ ਦੇ ਨਾਲ। ਸਤਿ ਸ਼੍ਰੀ ਅਕਾਲ ਜੀ।